सतनाम करता पुरख निरभਉ निर्वैर अकाल मूरत अजूनी सैभं गुर प्रसाद। धन धन गुरु ग्रंथ साहब जी महाराज, धन गुरु गोबिंद सिंह साहब सच्चे पातशाह, धन गुरु नानक साहिब हजूर जी। भूल छिमो हमरी प्रभापन, भूलनहार कहाँ को मोसो। भूल छिमो हमरी प्रभापन, भूलनहार कहाँ को मोसो। धन धन गुरु ग्रंथ साहब जी महाराज। सिद्ध घोष की बाणी की असी विचार कुछ समय तो करते हैं। सिद्धा नाल गोष्ठी का बहाना है जिहदे नाल सानू सत दे दर्शन मिलते हैं। गुरु नानक साहब दे अंतर मन दे विचार प्रगट होते हैं। सिद्धा नाल गल करते साहब अपनी गल सुनाते हैं। सच अखर के हम बन जा रहे अपने जीवन की कला, अपनी करामात की गल करते हैं। सच दे व्यापारी, ट्रेडर्स ऑफ ट्रुथ, ਜਿਹੜੇ सच ਨੂੰ ਲੱਭਦੇ ਹਨ, सच ਨੂੰ ਜੀਂਦੇ ਹਨ, सच ਨੂੰ ਪ੍ਰਗਟ ਕਰਦੇ ਹਨ ਔਰ ਉਹਨਾਂ ਲੋਕਾਂ ਦੇ ਨਾਲ ਵਾਹ ਰੱਖਦੇ ਹਨ, ਉਹਨਾਂ ਦੀ ਭਾਲ ਔਰ ਢੂੰਡ ਵਿੱਚ ਨਿਕਲਦੇ ਹਨ ਜਿਹੜੇ ਸੱਚ ਨੂੰ ਲੱਭਣ ਦਾ ਯਤਨ ਕਰਦੇ ਹਨ। ਸਿੱਧ ਗੋਸ਼ਟ ਦਾ ਇੱਕ ਭਾਵ ਨਿਰੰਕਾਰ ਦੇ ਨਾਲ ਇੱਕਮਿਕ ਹੋਣਾ ਹੈ। ਯੋਗੀਆਂ ਦਾ ਉੱਤਮ ਯੋਗੀ ਸਿੱਧ ਹੈ। ਸ੍ਰਿਸ਼ਟੀ ਦਾ ਸਿੱਧ ਪੁਰਸ਼ ਨਿਰੰਕਾਰ ਹੈ। ਉਹਦੇ ਨਾਲ ਗੋਸ਼ਟੀ ਦਾ ਮਤਲਬ ਉਹਦੇ ਨਾਲ ਸਾਂਝ ਪਾਣੀ, ਉਹਦੇ ਨਾਲ ਇੱਕਮਿਕ ਹੋ ਜਾਣਾ। ਔਰ ਇਹ ਬਾਣੀ ਆਪਣੇ ਆਪ ਨੂੰ ਪ੍ਰਗਟ ਕਰਦੇ ਕਰਦੇ ਸਾਨੂੰ ਰੰਗ ਚੜਾਉਂਦੀ ਹੈ, ਨਿਰੰਕਾਰ ਦੀ ਗੱਲ ਦਾ ਪ੍ਰਗਟਾਵਾ ਦਿੰਦੀ ਹੈ, ਸਾਡੇ ਰਸਤੇ ਖੋਲ੍ਹਦੀ ਹੈ, ਸਾਨੂੰ ਸਮਝਾਉਂਦੀ ਹੈ, ਦਵਾਰ ਦੱਸਦੀ ਹੈ, ਵਿਧੀਆਂ ਦੱਸਦੀ ਹੈ ਔਰ ਜੀਵਨ ਦੇ ਸੱਤ ਨੂੰ ਪ੍ਰਗਟ ਕਰਦੀ ਹੈ, ਜੀਵਨ ਦੀ ਉਲਝਣਾਂ ਨੂੰ ਪ੍ਰਗਟ ਕਰਦੀ ਹੈ। ਮਨ ਦੀ ਤਹਿ ਤੇ ਜੋ ਬੀਤ ਰਿਹਾ ਹੈ ਉਹ ਸਾਡਾ ਅਸਲ ਹੈ। ਜੋ ਉਲਝਣ ਮੇਰੇ ਮਨ ਵਿੱਚ ਹੈ ਉਹੀ ਮੇਰਾ ਰੂਪ ਹੈ। ਅਗਰ ਮੇਰਾ ਮਨ ਸ਼ਾਂਤ ਹੈ, ਖੇੜੇ ਵਿੱਚ ਹੈ, ਆਨੰਦ ਵਿੱਚ ਹੈ, ਤਾਂ ਫਿਰ ਮਨ ਕਰਕੇ ਮੈਂ ਵੀ ਉਸੇ ਤਰ੍ਹਾਂ ਹਾਂ। ਮਨ ਔਰ ਮੇਰੇ ਵਿੱਚ ਕੋਈ ਭੇਦ ਨਹੀਂ ਹੈ। ਮੈਂ ਆਪਣੇ ਆਪ ਨੂੰ ਆਪਣੇ ਵਿਚਾਰਾਂ ਤੋਂ ਹੀ ਆਇਡੈਂਟੀਫਾਈ ਕਰਦਾ ਹਾਂ। ਬੈਠਾ ਹਾਂ ਮੈਂ, ਕੁਝ ਘੜੀਆਂ ਸ਼ਾਂਤ ਹਨ, ਇੱਕ ਥਾਟ ਆਈ ਹੈ ਜਿਹੜੀ ਵਿਆਕੁਲ ਕਰ ਦਿੰਦੀ ਹੈ, ਪਰੇਸ਼ਾਨ ਕਰ ਦਿੰਦੀ ਹੈ, ਮਨ ਵਿੱਚ ਆਈ ਹੈ, ਫਿਰ ਮੈਂ ਵੀ ਪਰੇਸ਼ਾਨ ਹੋ ਗਿਆ। ਅਸੀਂ ਆਪਣੇ ਆਪ ਨੂੰ ਮਨ ਤੋਂ ਹੀ ਜਾਣਦੇ ਹਾਂ। ਅਸੀਂ ਕੌਣ ਹਾਂ, ਅਸੀਂ ਕਿੱਥੋਂ ਆ ਰਹੇ ਹਾਂ, ਕਿੱਥੋਂ ਜਾ ਰਹੇ ਹਾਂ। ਆਈਡੈਂਟੀਟੀ ਕ੍ਰਾਈਸਿਸ ਇੱਕ ਬੜਾ ਵੱਡਾ ਸ਼ਬਦ ਹੈ ਜਿਹੜਾ ਅੱਜ ਕੱਲ੍ਹ ਆਮ ਤਰ੍ਹਾਂ ਸੁਣਿਆ ਜਾਂਦਾ ਹੈ। ਐਸੇ ਦਾ ਭੁਲੇਖਾ ਹੈ ਕਿ ਮੈਂ ਕੌਣ ਹਾਂ, ਮੇਰਾ ਸੁੱਖ ਕਿੱਥੇ ਹੈ, ਮੈਨੂੰ ਦੁੱਖ ਕਿਉਂ ਆਉਂਦਾ ਹੈ। ਇਹ ਬਾਣੀ ਇਹਨਾਂ ਚੀਜ਼ਾਂ ਨੂੰ ਬਹੁਤ ਗਹਿਨ ਰੂਪ ਵਿੱਚ ਪ੍ਰਗਟ ਕਰਦੀ ਹੈ ਔਰ ਕਈ ਵਾਰ ਇਸ ਤਰ੍ਹਾਂ ਪ੍ਰਗਟ ਕਰਦੀ ਹੈ ਕਿ ਸਾਨੂੰ ਖਿੱਚਦੀ ਹੈ ਉਹਨਾਂ ਸ਼ਬਦਾਂ ਨੂੰ ਵਿਚਾਰਨ ਵਾਸਤੇ ਜਿਨ੍ਹਾਂ ਨੂੰ ਅਸੀਂ ਸ਼ਾਇਦ ਇੰਨਾ ਵਿਚਾਰ ਨਾ ਪਾਈਏ। ਸਾਹਿਬ ਪੁੱਛਦੇ ਹਨ ਇਸ ਬਾਣੀ ਵਿੱਚ, ਕਹਾਂ ਤੇ ਆਵੇ, ਕਹਾਂ ਇਹ ਜਾਵੇ, ਕਹਾਂ ਇਹ ਰਹੇ ਸਮਾਈ। ਉਹਦਾ ਉੱਤਰ ਕੀ ਬਣਦਾ ਹੈ? ਹੁਕਮੇ ਆਵੇ, ਹੁਕਮੇ ਜਾਵੇ, ਹੁਕਮੇ ਰਹੇ ਸਮਾਈ। ਹੁਕਮ ਕੀ ਹੈ ਇਹਦੀ ਵਿਚਾਰ ਕਰਨ ਤੇ ਸਾਨੂੰ ਪਰੇਸ਼ਾਨ ਕਰ ਦਿੰਦੀ ਹੈ। ਸਾਰਾ ਜਵਾਬ ਤਾਂ ਇਹਦੇ 'ਚ ਹੀ ਲਿਖਿਆ ਹੈ ਕਿ ਹੁਕਮ ਨਾਲ ਆ ਰਿਹਾ ਹੈ, ਹੁਕਮ ਵਿੱਚ ਜਾ ਰਿਹਾ ਹੈ ਔਰ ਹੁਕਮ ਵਿੱਚ ਹੀ ਸਮਾ ਰਿਹਾ ਹੈ। ਕਿਤਨਾ ਵਜਨਦਾਰ ਸ਼ਬਦ ਹੈ ਹੁਕਮ, ਇੱਥੇ ਸਮਝ ਆਉਂਦੀ ਹੈ। ਇਹ ਸਾਰੀ ਸ੍ਰਿਸ਼ਟੀ ਉਹਦਾ ਹੁਕਮ ਹੈ, ਉਹਦੇ ਆਰਡਰ ਵਿੱਚ ਬਣੀ ਹੈ। ਕੋਈ ਵੀ ਜਗ੍ਹਾ ਨਹੀਂ ਹਲਤ ਔਰ ਪਲਤ। ਇਸ ਜੀਵਨ ਵਿੱਚ, ਪਾਤਾਲ ਲੋਕ ਵਿੱਚ, ਕਿਧਰੇ ਵੀ ਚਲੇ ਜਾਓ ਜਿਹਦਾ ਉਹਦਾ ਹੁਕਮ ਨਹੀਂ ਹੈ। ਇੱਥੇ ਹੁਣ ਸਮਝ ਆਉਂਦਾ ਹੈ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਆਪ ਹੈ।
ਜਿੱਧਰ ਵੀ ਜਾਵਾਂਗੇ, ਜਿੱਧਰੋਂ ਵੀ ਆਵਾਂਗੇ, ਉਹਦੇ ਹੁਕਮ ਵਿੱਚ ਹੀ ਰਵਾਂਗੇ। ਇੱਥੇ ਫਿਰ ਸਾਨੂੰ ਇਹ ਬਾਣੀ ਫੋਰਸ ਕਰਦੀ ਹੈ ਹੁਕਮ ਵਿੱਚ ਜੀਣਾ ਸਮਝਣ ਵਾਸਤੇ। ਹੁਕਮ ਵਿੱਚ ਕਿਵੇਂ ਜੀਆ ਜਾ ਸਕਦਾ ਹੈ। ਹਿੰਦੁਸਤਾਨ ਦੀ ਧਰਤੀ ਦੀ ਇੱਕ ਸੀਮਾ ਹੈ, ਉਹਦੇ 'ਚ ਹਿੰਦੁਸਤਾਨ ਦੇ ਹੁਕਮ, ਉਹਦੇ ਕਾਨੂੰਨ ਚੱਲਦੇ ਹਨ। ਅਸੀਂ ਇਸ ਦੇਸ਼ ਨੂੰ ਛੱਡ ਕੇ ਅੱਜ ਕੱਲ੍ਹ ਬੱਚੇ ਕੈਨੇਡਾ ਜਾ ਰਹੇ ਹਨ। ਜਦੋਂ ਕੈਨੇਡਾ ਲੈਂਡ ਕਰਦੇ ਹਾਂ ਤੇ ਉਸ ਦੇਸ਼ ਦੇ ਹੁਕਮ ਆਰਡਰ ਪ੍ਰੀਵੇਲ ਕਰਦੇ ਹਨ, ਤਾਂ ਉੱਥੇ ਹਿੰਦੁਸਤਾਨ ਦੇ ਕਾਨੂੰਨ ਨਹੀਂ ਚੱਲਦੇ ਔਰ ਇੱਥੇ ਕੈਨੇਡਾ ਦੇ ਨਹੀਂ ਚੱਲਦੇ। ਤਾਂ ਇੱਕ ਸੀਮਾ ਹੈ ਜਿਹਦੇ ਦਾਇਰੇ ਵਿੱਚ ਇਹ ਹੁਕਮ ਚੱਲ ਰਿਹਾ ਹੈ। ਪਰ ਨਿਰੰਕਾਰ ਅਸੀਮ ਹੈ, ਕੋਈ ਵੀ ਸਥਾਨ ਨਹੀਂ, ਜਗ੍ਹਾ ਨਹੀਂ, ਮਨ ਦੀ ਜਾਂ ਮਨ ਦੇ ਬਾਹਰ, ਸਥੂਲ ਜਾਂ ਸੂਖਮ, ਗ੍ਰੋਸ ਜਾਂ ਸਟਲ, ਜਿੱਥੇ ਉਹਦੀ ਹਾਜ਼ਰੀ ਨਹੀਂ ਹੈ, ਜਿੱਥੇ ਉਹਦੇ ਲਾਜ਼ ਪ੍ਰੀਵੇਡ ਨਹੀਂ ਕਰ ਰਹੇ। ਇੰਡੀਆ ਵਿੱਚ ਰਹਿੰਦੇ ਹਾਂ ਤੇ ਇੰਡੀਅਨ ਲਾਜ਼ ਪ੍ਰੀਵੇਡ ਕਰਦੇ ਹਨ। US ਵਿੱਚ ਜਾਂਦੇ ਹਾਂ ਜਾਂ ਯੂਰਪ ਜਾਂਦੇ ਹਾਂ, ਉੱਥੇ ਦੇ ਲਾਜ਼ ਪ੍ਰੀਵੇਡ ਕਰਦੇ ਹਨ। ਪਰ ਇਹ ਸਾਰੀ ਸ੍ਰਿਸ਼ਟੀ ਵਿੱਚ ਇੱਕ ਹੁਕਮ ਪ੍ਰੀਵੇਡ ਕਰ ਰਿਹਾ ਹੈ, ਉਹ ਉਹਦਾ ਕਾਨੂੰਨ ਹੈ, ਉਹਦਾ ਆਰਡਰ ਹੈ। ਔਰ ਇਹਦਾ ਰਿਲੇਸ਼ਨਸ਼ਿਪ ਦਇਆ ਨਾਲ ਹੈ, ਧਰਮ ਨਾਲ ਹੈ। ਉਸ ਹੁਕਮ ਵਿੱਚ ਜੀਣ ਵਾਸਤੇ ਮੈਨੂੰ ਕੀ ਕਰਨਾ ਚਾਹੀਦਾ ਹੈ? ਨਾਨਕ ਹੁਕਮੇ ਜੇ ਬੁਝੇ ਤਾਂ ਹਉ ਮੈਂ ਕਹੇ ਨਾ ਕੋਏ। ਆਪਣੇ ਹੰਕਾਰ ਤੋਂ ਪਰੇ ਜਦੋਂ ਜਾਵਾਂਗਾ ਤਾਂ ਉਹਦਾ ਹੁਕਮ ਸਮਝ ਆ ਜਾਏਗਾ। ਕਿਤਨੀ ਪਿਆਰੀ ਜੀ ਗੱਲ ਹੈ। ਅਸੀਂ ਪਿਛਲੀ ਵਾਰ 26ਵੀਂ ਪੌੜੀ ਦੀ ਵਿਚਾਰ ਕੀਤੀ ਸੀ। ਮਨਮੁਖ ਭੂਲੇ ਜਮ ਕੀ ਕਾਣ, ਪਰ ਘਰ ਜੋ ਹੈ ਹਾਣੇ ਹਾਣ। ਮਨਮੁਖ ਪਰਮ ਭਰੇ ਬੇਬਾਨ, ਵੇ ਮਾਰਗ ਮੂਸੇ ਮੰਤਰ ਸਮਾਨ। ਸ਼ਬਦ ਨਾ ਚੀਨੇ ਲਵੇ ਕੁਬਾਣ, ਨਾਨਕ ਸਾਚ ਰਤੇ ਸੁਖ ਜਾਣ। ਇਹ ਸੱਚ ਸ਼ਬਦ ਸਾਹਿਬ ਦਾ ਹਰ ਜਗ੍ਹਾ ਤੇ ਪ੍ਰਗਟ ਹੋ ਰਿਹਾ ਹੈ ਔਰ ਗੁਰੂ ਨਾਨਕ ਸਾਹਿਬ ਦਾ ਬੜਾ ਪ੍ਰੀਤੀ ਸ਼ਬਦ ਹੈ ਸੱਚ। ਆਓ ਅਸੀਂ ਅੱਜ ਦੀ ਪੌੜੀ 27ਵੀਂ ਪੌੜੀ ਦੀ ਵਿਚਾਰ ਸ਼ੁਰੂ ਕਰਦੇ ਹਾਂ। ਰਹਾਉ ਦੀ ਤੁਕ ਦੇ ਨਾਲ 27ਵੀਂ ਪੌੜੀ ਦੀ ਵਿਚਾਰ ਵੀਰ ਕੋਈ ਭੈਣ ਪੜ੍ਹਦੇ, ਫਿਰ ਅਸੀਂ ਇਹਦੀ ਵਿਚਾਰ ਸ਼ੁਰੂ ਕਰੀਏ। ਵਾਹਿਗੁਰੂ ਜੀ, ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਗੁਰਮੁਖ ਸਾਚੇ ਕਾਬੂ ਪਾਵੈ, ਗੁਰਮੁਖ ਬਾਣੀ ਅਗੜ ਕਢਾਵੈ। ਗੁਰਮੁਖ ਨਿਰਮਲ ਹਰ ਗੁਣ ਗਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਗੁਰਮੁਖ ਰੋਮ ਰੋਮ ਹਰ ਧਿਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪਦੇ ਵਿੱਚ ਸਾਹਿਬ ਨੇ ਮਨਮੁਖ ਦੀ ਗੱਲ ਚਲਾਈ। ਮਨਮੁਖ ਤੋਂ ਭਾਵ ਜਿਸ ਦਾ ਮੁਖ ਮਨ ਵੱਲ ਹੈ, ਜਿਸ ਦੀ ਡਾਇਰੈਕਸ਼ਨ એનર્ਜੀ ਫਲੋ ਆਪਣੇ ਮਨ ਵੱਲ ਹੈ। ਮਨ ਤੋਂ ਭਾਵ ਹਉਮੈ ਹੈ। ਮਨ ਤੋਂ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ, ਮੈਂ ਕੀ ਹਾਂ, ਉਹ ਮੇਰੇ ਮਨ ਨਾਲ ਰਵਾ ਰੱਖਦਾ ਹੈ। ਔਰ ਇਹ ਮਨ ਜਿਹੜਾ ਹੈ ਇਹ ਹੰਕਾਰ ਤੇ ਆਧਾਰਿਤ ਹੈ, ਈਗੋ ਬੇਸਡ ਮਾਈਂਡ, ਚੇਂਜਿੰਗ ਮਾਈਂਡ, ਅਨਸਟੇਬਲ ਮਾਈਂਡ, ਥਾਟ ਪ੍ਰੀਵੇਲਿੰਗ ਮਾਈਂਡ। ਕੁਝ ਸਮੇਂ ਪਹਿਲੇ, ਕੁਝ ਪੌੜੀਆਂ ਪਦੇ ਪਹਿਲੇ ਸਾਹਿਬ ਨੇ ਇੱਕ ਬੜੀ ਉੱਚੇ ਸਿਖਰ ਦੀ ਅਵਸਥਾ ਦੀ ਵਿਚਾਰ ਕੀਤੀ ਸੀ। ਸੁਨ ਨਿਰੰਤਰ ਦੀਜੇ ਬੰਦ,
ਇਹ ਸੁਣ ਨਿਰੰਤਰ ਦੀਜੇ ਬਨ ਤੋਂ ਭਾਵ ਕੀ ਹੈ? ਮੈਨੂੰ ਇਹ ਸਮਝ ਆਉਂਦਾ ਹੈ, ਸੁਣ ਦਾ ਅਰਥ ਹੈ ਥਾਟਲੈਸ ਮਾਈਂਡ, ਜਿਸ ਨੂੰ ਬਾਣੀ ਵਿੱਚ ਵੀ ਅਫੁਰ ਅਵਸਥਾ ਕਿਹਾ ਹੈ। ਨਿਰੰਤਰ ਇੱਕ ਇਹੋ ਜਿਹੀ ਮਨ ਦੀ ਅਵਸਥਾ ਜਿੱਥੇ ਕੋਈ ਵਿਚਾਰ ਨਹੀਂ ਚੱਲ ਰਹੀ ਹੈ। ਲਾਜ਼ਮੀ ਹੈ ਜਿੱਥੇ ਵਿਚਾਰ ਨਹੀਂ ਹੈ ਉੱਥੇ ਮੈਂ ਨਹੀਂ ਹਾਂ, ਕਿਉਂਕਿ ਵਿਚਾਰਾਂ ਤੋਂ ਹੀ ਮੈਂ ਆਪਣੀ ਆਈਡੈਂਟਿਟੀ ਬਣਾਉਂਦਾ ਹਾਂ। ਸਾਹਿਬ ਨੇ ਇੱਕ ਮਨ ਦੀ ਅਵਸਥਾ ਵਿਚਾਰੀ ਹੈ, ਸੁਣ ਨਿਰੰਤਰ ਦੀਜੇ ਬੰਦ। ਸਦਾ ਹੀ ਨਿਰੰਤਰ ਸੁਣ ਹੈ ਮਨ ਦੀ ਅਵਸਥਾ, ਵਿਚਾਰਲੈਸ ਥਾਟਲੈਸ ਮਾਈਂਡ ਦੇ ਵਿੱਚ ਹੈ। ਔਰ ਇੱਥੇ ਬੰਨਿਆ ਗਿਆ ਹੈ ਮਨ, ਉੱਡੇ ਨਾ ਹੰਸਾ ਪੜੇ ਨਾ ਕੰਧ। ਇਹ ਹੁਣ ਮਨ ਕਿਧਰੇ ਉੜਦਾ ਨਹੀਂ ਹੈ, ਕਿਉਂਕਿ ਵਿਚਾਰ ਹੀ ਨਹੀਂ ਰਹਿ ਗਏ, ਕੋਈ ਵਿਘਨ ਨਹੀਂ ਪੈ ਰਹੇ ਹਨ ਇੱਥੇ। ਸਹਿਜ ਗੁਫਾ ਕਰ ਜਾਣੇ ਸਾਚਾ, ਨਾਨਕ ਸਾਚੇ ਭਾਵੇ ਸਾਚਾ। ਇੱਕ ਬਹੁਤ ਹੀ ਉੱਤਮ ਅਵਸਥਾ ਦੀ ਗੱਲ ਚੱਲ ਰਹੀ ਹੈ, ਜਿੱਥੇ ਸਾਹਿਬ ਨੇ ਸਾਨੂੰ ਇੱਕ ਇਹੋ ਜਿਹੀ ਵਿਧੀ ਦੱਸੀ ਹੈ ਜੀਵਨ ਦੀ, ਜਿਹਦੇ ਵਿੱਚ ਮਨ ਗਿਰ ਗਿਆ ਹੈ, ਜਿਹਦੇ ਵਿੱਚ ਮਨ ਨਹੀਂ ਰਿਹਾ ਹੈ। ਇਹਦਾ ਭਾਵ ਕੀ ਹੈ? ਜਿੱਥੇ ਮਨ ਨਹੀਂ ਰਿਹਾ, ਜਿੱਥੇ ਸੁੰਨ ਹੋ ਗਿਆ ਸਭ ਕੁਝ, ਵਿਚਾਰ ਤੋਂ ਪਰੇ ਦੀ ਅਵਸਥਾ ਹੈ। ਕੋਈ ਵੀ ਇਹਨੂੰ ਵਿਚਾਰੇ, ਮੈਂ ਵੀ ਇਹਨੂੰ ਵਿਚਾਰਨ ਦਾ ਯਤਨ ਕਰਾਂ, ਆਪਣਾ ਹੀ ਮੂਰਖ ਬਣਾਉਣ ਦੀ ਗੱਲ ਹੈ। ਹੁਣ ਇੱਥੇ ਵਿਚਾਰਨਾ ਇਹ ਹੈ ਕਿ ਜੀਵਨ ਦੇ ਵਿੱਚ ਅਸੀਂ ਇਸ ਅਵਸਥਾ ਵੱਲ ਟੁਰ ਰਹੇ ਹਾਂ ਕਿ ਨਹੀਂ ਟੁਰ ਰਹੇ ਹਾਂ। ਅਸੀਂ ਇਸ ਅਵਸਥਾ ਨੂੰ ਲੱਭ ਤਾਂ ਰਹੇ ਹਾਂ, ਔਰ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਹੀ ਲੱਭ ਰਹੇ ਹਾਂ। ਮੈਨੂੰ ਲੱਗਦਾ ਅਸੀਂ ਸਾਰੇ ਹੀ ਇਸੀ ਸੁੰਨ ਅਵਸਥਾ ਨੂੰ ਲੱਭਦੇ ਹਾਂ। ਮਾਫੀ ਦੇਣਾ, ਇਸ ਤਰ੍ਹਾਂ ਦਾ ਵਿਚਾਰ, ਇਸ ਤਰ੍ਹਾਂ ਦੀ ਮਨ ਦੀ ਅਵਸਥਾ, ਇਸ ਤਰ੍ਹਾਂ ਦੀ ਅਵਸਥਾ ਅਸੀਂ ਲੱਭਦੇ ਹਾਂ ਜਿੱਥੇ ਕੋਈ ਵਿਚਾਰ ਨਹੀਂ ਹਨ। ਉੱਥੇ ਸ਼ਾਂਤੀ ਹੈ, ਪੀਸ ਆਫ ਮਾਈਂਡ ਹੈ, ਜੀਵਨ ਦੇ ਵਿਘਨ ਨਹੀਂ ਹਨ। ਇਹੋ ਜਿਹੀ ਅਵਸਥਾ ਮਨ ਦੀ ਜਿੱਥੇ ਮਨ ਖੇੜੇ ਵਿੱਚ ਵੀ ਹੈ, ਔਰ ਅਸਲ ਖੇੜੇ ਦਾ ਆਧਾਰ ਸ਼ਾਂਤ ਮਨ ਹੈ। ਅਗਰ ਮਨ ਅਸ਼ਾਂਤ ਹੈ ਤਾਂ ਉਹ ਖੇੜੇ ਵਿੱਚ ਨਹੀਂ ਹੈ। ਮਨ ਦੀ ਅਵਸਥਾ ਤੋਂ ਹੀ ਜਾਂਚ ਹੁੰਦੀ ਹੈ ਕਿ ਅਸੀਂ ਕਿਸ ਹਾਲਾਤ ਵਿੱਚ ਜੀਵਨ ਜੀ ਰਹੇ ਹਾਂ, ਕਿਸ ਸਿਚੁਏਸ਼ਨ ਚੋਂ ਅਸੀਂ ਨਿਕਲ ਰਹੇ ਹਾਂ। ਮਹਾਰਾਜ ਸਾਨੂੰ ਇੱਕ ਇਹੋ ਜਿਹੀ ਅਵਸਥਾ ਵੱਲ ਪ੍ਰੇਰ ਰਹੇ ਹਨ ਜਿੱਥੇ ਜੀਵਨ ਬੜਾ ਪਰੇ ਚਲਾ ਜਾਂਦਾ ਹੈ, ਜਿਸ ਜੀਵਨ ਨੂੰ ਅਸੀਂ ਜਾਣਦੇ ਹਾਂ। ਨੋਨ ਮਾਈਂਡ, ਜਿਹੜਾ ਸਾਡੇ ਵਿਚਾਰਵਾਨ ਮਨ ਹੈ, ਉਹ ਗਿਰ ਜਾਂਦਾ ਹੈ, ਉਹ ਸੁੰਨ ਵਿੱਚ ਚਲਾ ਜਾਂਦਾ ਹੈ। ਗੁਰਮੁਖ ਦੇ ਜੀਵਨ ਦੀ ਅਵਸਥਾ ਦੀ ਵਿਚਾਰ ਮੈਨੂੰ ਲੱਗਦਾ ਇਹੀ ਹੈ। ਜਿਹੜਾ ਅੱਜ ਦਾ ਪਤਾ ਹੈ ਉਹਦਾ ਭਾਵ ਐਸੇ ਜੀਵਨ ਤੋਂ ਰਿਲੇਸ਼ਨ ਰੱਖਦਾ ਹੈ। ਗੁਰਮੁਖ ਨੂੰ ਅਸੀਂ ਅਗਰ ਥੋੜਾ ਜਿਹਾ ਟਟੋਲੀਏ, ਗੁਰੂ ਸ਼ਬਦ ਨਿਰੰਕਾਰ ਦੇ ਨਾਲ ਰਿਲੇਸ਼ਨ ਰੱਖਦਾ ਹੈ, ਉਹਦੇ ਨਾਲ ਰਿਲੇਸ਼ਨ ਰੱਖਦਾ ਹੈ, ਵਾਹ ਰੱਖਦਾ ਹੈ, ਜੋ ਸਮੇਂ ਤੋਂ ਪਰੇ ਹੈ, ਜੋ ਸਮੇਂ ਨਾਲ ਖਤਮ ਨਹੀਂ ਹੁੰਦਾ, ਸਦਾ ਹੈ। ਐਸੇ ਕਰਕੇ ਉਸ ਨੂੰ ਅਸੀਂ ਸੱਚ ਕਿਹਾ ਹੈ, ਜਾਂ ਸਾਹਿਬ ਨੇ ਉਸ ਨੂੰ ਸੱਚ ਕਿਹਾ ਹੈ। ਇਸ ਪਦੇ ਦੀ ਪਹਿਲੀ ਪੰਕਤੀ ਔਰ ਅਖੀਰਲੀ ਪੰਕਤੀ ਦੋਨਾਂ ਵਿੱਚ ਸੱਚ ਸ਼ਬਦ ਸਾਹਮਣੇ ਆਉਂਦਾ ਹੈ। ਤਾਂ ਗੁਰਮੁਖ ਦਾ ਕੋਈ ਰਿਲੇਸ਼ਨ ਸੱਚ ਨਾਲ ਹੈ। ਸੱਚ ਤੋਂ ਭਾਵ ਜੋ ਸਦਾ ਹੈ, ਜੋ ਸਟੇਬਲ ਹੈ, ਜੋ ਕਦੇ ਚੇਂਜ ਨਹੀਂ ਹੁੰਦਾ। ਇਸ ਭਾਵ ਤੋਂ ਸਾਨੂੰ ਇਹ ਸਮਝ ਆਉਂਦਾ ਹੈ
ਕਿ ਇਸ ਸ੍ਰਿਸ਼ਟੀ ਵਿੱਚ ਇੱਕੋ ਸੱਚ ਹੈ। ਇੱਕ ਸੱਚ ਤਾਂ ਉਹ ਜੋ ਰਿਲੇਟਿਵ ਟਰੁੱਥ ਹੈ, ਜੋ ਅਸੀਂ ਰੋਜ਼ਮर्रा ਦੇ ਜੀਵਨ ਵਿੱਚ ਜੀਂਦੇ ਹਾਂ। ਕੋਈ ਸਾਨੂੰ ਪੁੱਛਦਾ ਹੈ ਤੁਸੀਂ ਸੱਚ ਬੋਲ ਰਹੇ ਹੋ, ਉਹਦਾ ਮਤਲਬ ਰਿਲੇਟਿਵ ਟਰੁੱਥ ਨਾਲ ਹੈ। ਪਰ ਇੱਕ ਟਰੁੱਥ ਐਬਸੋਲੂਟ ਹੈ, ਉਹਦਾ ਮਤਲਬ ਕੀ ਹੈ ਕਿ ਉਹ ਸਮੇਂ, ਸਪੇਸ ਔਰ ਕੌਜ਼ ਵਿੱਚ ਚੇਂਜ ਨਹੀਂ ਹੁੰਦਾ। ਕੋਈ ਜਨ ਸਾਨੂੰ ਪੁੱਛੇ ਕਿ ਆਪਣੇ ਮਿੱਤਰਾਂ ਵਿੱਚ ਤੁਸੀਂ ਸਭ ਤੋਂ ਲੰਬੇ ਹੋ, ਅਸੀਂ ਕਹੀਏ ਹਾਂ, ਪਰ ਕੋਈ ਨਵਾਂ ਮਿੱਤਰ ਆ ਜਾਂਦਾ ਹੈ ਜਿਹੜਾ ਮੇਰੇ ਤੋਂ ਜ਼ਿਆਦਾ ਲੰਬਾ ਹੈ, ਤਾਂ ਇਹ ਫਿਰ ਝੂਠ ਹੋ ਜਾਏਗਾ। ਇਸੇ ਤਰ੍ਹਾਂ ਜੋ ਵੀ ਸੱਚ ਅਸੀਂ ਦੁਨੀਆ ਵਿੱਚ ਜੀਂਦੇ ਹਾਂ ਜਾਂ ਬੋਲਦੇ ਹਾਂ, ਉਹਦੇ ਨਾਲ ਨਾਲ ਝੂਠ ਵੀ ਚੱਲਦਾ ਹੈ। ਬਹੁਤਾ ਦੂਰ ਨਹੀਂ ਹੈ, ਇਹ ਦੁਵੈਤ ਦੇ ਵਿੱਚ ਹੈ, ਕਿਉਂਕਿ ਮਨ ਡਿਵਾਈਡਡ ਹੈ। ਇਸ ਕਰਕੇ ਐਬਸੋਲੂਟ ਟਰੁੱਥ ਨਹੀਂ ਹੈ ਇੱਥੇ। ਗੁਰੂ ਨਾਨਕ ਸਾਹਿਬ ਜਿਸ ਗੁਰਮੁਖ ਦੀ ਗੱਲ ਸਾਡੇ ਨਾਲ ਅੱਜ ਵਿਚਾਰਦੇ ਨੇ, ਇਹ ਉਹ ਗੁਰਮੁਖ ਹੈ ਜਿਹੜਾ ਸੱਚ ਨਾਲ ਵਾਰ ਰੱਖਦਾ ਹੈ, ਉਸ ਟਰੁੱਥ ਨਾਲ ਵਾਰ ਰੱਖਦਾ ਹੈ, ਜਾਂ ਉਸ ਟਰੁੱਥ ਨੂੰ ਪਾਲਣਾ ਚਾਹੁੰਦਾ ਹੈ ਜਿਹੜਾ ਸਦਾ ਲਈ ਸਥਿਰ ਹੈ, ਸਦਾ ਲਈ ਸੱਚ ਹੈ। ਸਾਹਿਬ ਨੇ ਸਾਨੂੰ ਇਹੀ ਦੱਸਿਆ ਹੈ, ਸੱਚ ਵੱਖਰ ਕੇ ਹਮ ਬਣ ਜਾ ਰਹੇ, ਸੱਚ ਦਾ ਵਣਜ ਕਰਦੇ ਹਾਂ। ਮਨਮੁਖ ਬਾਰੇ ਪਿਛਲੇ ਪਦੇ ਵਿੱਚ ਸਾਹਿਬ ਨੇ ਸਾਨੂੰ ਕੁਝ ਵਿਚਾਰ ਦੱਸੇ ਹਨ, ਔਰ ਇਸ ਪਦੇ ਵਿੱਚ ਗੁਰਮੁਖ ਦੀ ਗੱਲ ਸ਼ੁਰੂ ਹੋ ਰਹੀ ਹੈ, ਔਰ ਇਹ ਕੁਝ ਪਦਿਆਂ ਤੱਕ ਚਲੇਗੀ। ਜਿਸ ਦਾ ਮੁਖ ਉਸ ਸੱਚ ਵੱਲ ਹੈ ਜਿਹੜਾ ਸਦਾ ਹੈ, ਜਿਹਦੇ ਜੀਵਨ ਦੀ એનર્ਜੀ ਉਸ ਸੱਚ ਨੂੰ ਲੱਭਣ ਵਿੱਚ ਸ਼ੁਰੂ ਹੋ ਗਈ, ਜਿਹੜਾ ਸਦਾ ਲਈ ਸੱਚ ਹੈ, ਜਿਸ ਦੀ ਪੜਤਾਲ, ਖੋਜ ਉਸ ਸੱਚ ਵੱਲ ਲੱਭਣ ਦੀ ਨਿਕਲ ਗਈ, ਜਿਹੜਾ ਆਪਣੇ ਆਪ ਵਿੱਚ ਹੈ, ਕਿਸੇ ਕਾਰਨ ਕਰਕੇ ਨਹੀਂ ਹੈ। ਗੁਰਮੁਖ ਜੀਵਨ ਇਸੇ ਤਰ੍ਹਾਂ ਬਣਦਾ ਹੈ। ਉਹਨਾਂ ਲੋਕਾਂ ਨਾਲ ਬਣਦਾ ਹੈ, ਜਾਂ ਉਹਨਾਂ ਜਨਾਂ ਦੀ ਗੱਲ ਚੱਲ ਰਹੀ ਹੈ ਜਿਹੜੇ ਦੁਨੀਆ ਵਿੱਚ ਰਹਿੰਦੇ ਹੋਏ ਉਸ ਦੁਨੀਆ ਦੀ ਜਾਂ ਉਸ ਸੱਤ ਦੀ ਗੱਲ ਕਰਦੇ ਚੱਲ ਰਹੇ ਹਨ, ਜਿਹੜਾ ਅੱਖਾਂ ਨਾਲ ਦੇਖਿਆ ਨਾ ਜਾ ਸਕੇ, ਕੰਨਾਂ ਨਾਲ ਸੁਣਿਆ ਨਾ ਜਾ ਸਕੇ, ਜਾਂ ਜਿਹਦੇ ਬਾਰੇ ਬੋਲਿਆ ਨਾ ਜਾ ਸਕੇ, ਕਿਉਂਕਿ ਇਹ ਸਭ ਚੀਜ਼ਾਂ ਮਾਇਆ ਦੇ ਅੰਦਰ ਹਨ। ਮਾਇਆ ਦਾ ਮਤਲਬ ਜੋ ਚੇਂਜ ਹੋਣਾ ਹੈ, ਜੋ ਅੱਜ ਹੈ ਤੇ ਕੱਲ ਨਹੀਂ ਹੋਏਗਾ, ਜੋ ਅਸਲ ਵਿੱਚ ਹੈ ਉਹ ਨਹੀਂ ਦਿਖ ਰਿਹਾ, ਜਿਹਦੇ ਵਿੱਚ ਜੋ ਸੁੱਖ ਅਸੀਂ ਲੱਭਦੇ ਹਾਂ ਉਹ ਹੈ ਨਹੀਂ, ਦਿਖਦਾ ਹੈ। ਇਹੀ ਉਲਝਣ ਹੈ ਮਨਮੁਖ ਔਰ ਗੁਰਮੁਖ ਦੇ ਜੀਵਨ ਦੀ। ਮਨਮੁਖ ਮੇਰੇ ਵਿਚਾਰ 'ਚ ਹਾਲੇ ਜਗਿਆ ਨਹੀਂ ਇਸ ਗੱਲ ਤੋਂ ਕਿ ਇਸ ਜੀਵਨ ਵਿੱਚ ਉਹ ਸੁੱਖ ਨਹੀਂ ਹੈ ਜਿਹੜਾ ਉਹ ਲੱਭਦਾ ਹੈ। ਗੁਰਮੁਖ ਸ਼ਾਇਦ ਉਹ ਹੈ ਜਿਸ ਨੇ ਝੋਟ ਖਾ ਲਈ ਜੀਵਨ ਤੋਂ, ਜਾਣ ਲਿਆ ਕਿ ਇੱਥੇ ਤਾਂ ਸਭ ਕੁਝ ਦੁੱਖ ਹੀ ਦਿਖਦਾ ਹੈ, ਜਾਣ ਲਿਆ ਕਿ ਕੁਝ ਹੋਰ ਹੈ ਜੋ ਹੱਥ ਵਿੱਚ ਨਹੀਂ ਆ ਪਾ ਰਿਹਾ, ਤਾਂ ਇੱਕ ਖੋਜ ਸ਼ੁਰੂ ਹੋ ਗਈ, ਇੱਕ ਭਾਲ ਸ਼ੁਰੂ ਹੋ ਗਈ। ਇਹ ਸਿੱਖ ਦੇ ਜੀਵਨ ਦਾ ਆਧਾਰ ਹੈ। ਗੁਰਮੁਖ ਸਾਚੇ ਕਾ ਪਾਉ ਪਾਵੇ। ਪਾਉ ਤੋਂ ਸਿੱਧਾ ਅਰਥ ਡਰ ਲੱਗਦਾ ਹੈ, ਪਰ ਲੱਗਦਾ ਨਹੀਂ ਕਿ ਇਹਦਾ ਅਰਥ ਡਰ ਹੈ। ਲੱਗਦਾ ਇਸ ਤਰ੍ਹਾਂ ਹੈ ਕਿ ਗੁਰਮੁਖ ਉਹ ਹੈ ਜੋ ਸੱਚ ਦੀ ਪ੍ਰੈਜ਼ੈਂਸ ਨੂੰ ਐਕਨੋਲੇਜ ਕਰ ਰਿਹਾ ਹੈ। ਕੁਝ ਸ਼ਕਤੀ ਹੈ, ਕੁਝ ਅਵਸਥਾ ਹੈ ਜੋ ਮੇਰੇ ਨੂੰ ਓਝਲ ਹੈ, ਜਿਹਦਾ ਐਕਸਪੀਰੀਅੰਸ ਮੇਰੇ ਤੇ ਨਹੀਂ ਹੈ, ਜਿਹਦੇ ਬਾਰੇ ਗਿਆਨ ਮੈਨੂੰ ਨਹੀਂ ਹੋ ਪਾ ਰਿਹਾ। ਕੁਝ ਹੈ ਕਾਰਨ ਕਿ ਮੈਂ ਬਾਰ-ਬਾਰ ਦੁੱਖ ਦੇ ਹੀ ਵਿੱਚ ਐਕਸਪੋਜ਼ ਹੁੰਦਾ ਰਹਿੰਦਾ ਹਾਂ। ਕੁਝ ਹੈ ਕਾਰਨ ਕਿ ਮੈਨੂੰ ਸੁੱਖ ਨਹੀਂ ਮਿਲ ਪਾ ਰਿਹਾ।
ਸ਼ਾਇਦ ਪਤਾ ਨਹੀਂ ਲੱਗਿਆ ਕਿ ਇਹ ਕਾਰਨ ਕੀ ਹੈ, ਪਰ ਇਹ ਜ਼ਰੂਰ ਪਤਾ ਲੱਗ ਰਿਹਾ ਹੈ ਕਿ ਕੁਝ ਇਨਕੰਪਲੀਟਨੈਸ ਹੈ। ਮਨ ਅਧੂਰਾ ਹੈ, ਮਨ ਭਾਲਦਾ ਵੀ ਹੈ ਔਰ ਅਧੂਰਾ ਵੀ ਹੈ। ਪਰਚਾਇਆ ਨਹੀਂ ਜਾ ਰਿਹਾ ਮਨ ਹੁਣ ਜੀਵਨ ਨਾਲ। ਹੁਣ ਉਹ ਕੁਝ ਹੋਰ ਚੀਜ਼ਾਂ ਨੂੰ ਜਾਣਨਾ ਚਾਹੁੰਦਾ ਹੈ। ਇਹ ਚੀਜ਼ਾਂ ਸਾਡੇ ਐਕਸਪੀਰੀਅੰਸ ਵਿੱਚ ਕਦੋਂ ਆਉਂਦੀਆਂ ਹਨ? ਜਦੋਂ ਅਸੀਂ ਜੀਵਨ ਨੂੰ ਇਸ ਤਰ੍ਹਾਂ ਜੀ ਲੈਂਦੇ ਹਾਂ ਕਿ ਉਹਦੇ ਦੁੱਖ ਤੋਂ ਅਸੀਂ ਸਿੱਖਦੇ ਹਾਂ, ਜਿਹੜਾ ਮੈਂ ਨਹੀਂ ਕਰ ਪਾਉਂਦਾ। ਜਦ ਮੈਂ ਦੁਖੀ ਹੁੰਦਾ ਹਾਂ, ਕਈ ਵਾਰ ਮੈਂ ਇਹੀ ਪੁੱਛਦਾ ਹਾਂ, ਮੈਨੂੰ ਕਿਉਂ ਦੁੱਖ ਆਇਆ, ਮੈਂ ਕੀ ਕੀਤਾ ਸੀ? ਦੁੱਖ ਆਉਣ ਤੇ ਅਗਰ ਇਹ ਪ੍ਰਸ਼ਨ ਮੈਂ ਪੁੱਛਦਾ ਹਾਂ ਤਾਂ ਫਿਰ ਮੈਂ ਆਪਣੇ ਈਗੋ ਮਾਈਂਡ ਨੂੰ ਹੀ ਫੀਡ ਕਰਾਂਗਾ। ਮੈਂ ਆਪਣੇ ਹੰਕਾਰ ਨੂੰ ਵਧਾਵਾਂਗਾ। ਮੈਨੂੰ ਕਿਉਂ ਦੁੱਖ ਆਇਆ? ਦੁੱਖ ਔਰ ਸੁੱਖ ਤੇ ਇੱਕ ਦੋਸਤ ਹਨ ਦੋਨੋਂ। ਕਦੇ ਸੁੱਖ ਸਾਡੇ ਨਾਲ ਹੈ ਤੇ ਕਦੇ ਦੁੱਖ। ਗੁਰਬਾਣੀ ਨੇ, ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਇੱਕ ਇਹੋ ਜਿਹੇ ਸੁੱਖ ਦੀ ਗੱਲ ਦੱਸੀ ਹੈ ਜਿਹੜਾ ਸ਼ਾਇਦ ਇਹਨਾਂ ਦੋਨਾਂ ਤੋਂ ਪਰੇ ਹੈ। ਸੁਖ मांगो दुख आगे आए, ऐसा सुख ना हमको भाए। ਸੁਖ ਮੰਗਦੇ ਹਾਂ ਤੇ ਦੁੱਖ ਨਾਲ ਆ ਜਾਂਦਾ ਹੈ। ਸਾਹਿਬ ਕਹਿੰਦੇ ਹਨ, ਸੁਖ ਦੁੱਖ ਕੋ ਤੁਮ ਸਮ ਕਰ ਜਾਣਾ। ਬੜੀ ਉੱਚੀ ਅਵਸਥਾ ਹੈ, ਕੌਣ ਕਰ ਸਕਦਾ ਹੈ? ਮੇਰੇ ਲਈ ਤਾਂ ਸੋਚਣਾ ਵੀ ਪੋਸੀਬਲ ਨਹੀਂ ਹੈ। ਜਦੋਂ ਦੁੱਖ ਆਏ ਤਾਂ ਮੈਨੂੰ ਸੁਖ ਵਰਗਾ ਲੱਗੇ, ਜਦੋਂ ਸੁਖ ਆਏ ਤਾਂ ਉਹ ਦੁੱਖ ਵਰਗਾ ਲੱਗੇ। ਪਰ ਮਨ ਦੀ ਕੁਝ ਐਸੀ ਅਵਸਥਾ ਦੀ ਗੱਲ ਚੱਲ ਰਹੀ ਹੈ ਜਿਹਦੇ ਵਿੱਚ ਇਹਨਾਂ ਸੁੱਖ ਔਰ ਦੁੱਖਾਂ ਤੋਂ ਥੋੜਾ ਜਿਹਾ ਦੂਰ ਕੁਝ ਨਵਾਂ ਇਹੋ ਜਿਹਾ ਮਿਲ ਸਕਦਾ ਹੈ ਜਿਹਦੇ ਨਾਲ ਇਹਨਾਂ ਤੋਂ ਪਰੇ ਦੀ ਕੁਝ ਸ਼ਕਤੀ ਨਾਲ ਖੜੀ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਉਸ ਨੂੰ ਆਨੰਦ ਕਿਹਾ ਹੈ, ਅਨਕੰਡੀਸ਼ਨਡ ਹੈਪੀਨੈਸ, ਬਿਨਾਂ ਕਾਰਨ ਦੇ ਸੁੱਖ। ਗੁਰੂ ਅਮਰਦਾਸ ਸਾਹਿਬ ਨੇ ਆਨੰਦ ਦੀ ਪੂਰੀ ਬਾਣੀ ਰਚੀ ਹੈ, ਡੈਡੀਕੇਟਿਡ ਟੂ ਦੀ ਆਰਟ ਆਫ ਹੈਪੀਨੈਸ। ਔਰ ਇਸ ਆਨੰਦ ਦਾ ਕੋਈ ਆਪੋਜ਼ਿਟ ਨਹੀਂ ਹੈ, ਇਹ ਦੁਆਇਤ ਦੇ ਅੰਦਰ ਨਹੀਂ ਹੈ, ਕੰਡੀਸ਼ਨਲੈਸ ਹੈ। ਇੱਕ ਕੰਡੀਸ਼ਨ ਹੈ ਬਸ, ਕਿ ਮੈਂ ਗੁਰੂ ਨੂੰ ਮਿਲ ਜਾਵਾਂ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤਾਂ ਗੁਰਮੁਖ ਦਾ ਜੀਵਨ ਫਿਰ ਇਹੀ ਹੈ ਕਿ ਉਸ ਆਨੰਦ ਦੀ ਭਾਲ ਵਿੱਚ ਨਿਕਲ ਪਿਆ ਹੈ, ਜਿਹੜੀ ਇਸ ਦੁਨੀਆ ਵਿੱਚ ਨਹੀਂ ਲੱਭਦੀ, ਇਸ ਤੋਂ ਪਰੇ ਹੈ। ਗੁਰਮੁਖ ਆਨੰਦ ਵੱਲ ਮੁੱਖ ਕਰਕੇ ਤੁਰਨਾ ਜਾਣਨਾ ਸ਼ੁਰੂ ਕਰਨਾ ਚਾਹੁੰਦਾ ਹੈ। ਇਹੋ ਜਿਹੇ ਆਨੰਦ ਨੂੰ ਲੱਭਣਾ ਚਾਹੁੰਦਾ ਹੈ ਜਿਹਦੀ ਕੋਈ ਕੰਡੀਸ਼ਨ ਨਹੀਂ ਹੈ, ਕੇਵਲ ਇੱਕੋ ਕੰਡੀਸ਼ਨ ਹੈ, ਗੁਰੂ ਨੂੰ ਮਿਲ ਜਾਣਾ। ਮੈਨੂੰ ਇਸ ਤਰ੍ਹਾਂ ਦਿਖਦਾ ਹੈ ਕਿ ਇਸ ਜੀਵਨ ਦੀ ਇੱਕ ਇਹੋ ਜਿਹੀ ਕਲਾ ਹੈ ਕਿ ਜੇ ਅਸੀਂ ਇੱਕ ਲਕੀਰ ਖਿੱਚ ਦਈਏ ਮਨ ਦੇ ਅੰਦਰ, ਤਾਂ ਇੱਕ ਲਿਮਿਟ ਤੱਕ ਉਸ ਲਕੀਰ ਤੱਕ ਮੈਂ ਜਾ ਸਕਦਾ ਹਾਂ। ਉਸ ਲਕੀਰ ਦੇ ਪਰੇ ਦੂਜਾ ਦੇਸ਼ ਹੈ, ਉਸ ਲਕੀਰ ਦੇ ਉਸ ਤਰਫ ਇੱਕ ਆਨੰਦ ਦਾ ਦੇਸ਼ ਹੈ, ਔਰ ਉਹਦੇ ਇਸ ਤਰਫ ਮੇਰੇ ਮਨ ਦਾ ਦੇਸ਼ ਹੈ। ਮਨਮੁਖ ਦੇ ਜੀਵਨ ਵਿੱਚ ਮੈਂ ਆਪਣੀ ਕਮਾਈ ਇੰਨੀ ਹੀ ਕਰ ਸਕਦਾ ਹਾਂ ਕਿ ਮੈਂ ਇਸ ਮਨ ਦੇ ਉਸ ਸਿਖਰ ਤੱਕ ਜਾ ਕੇ ਖੜਾ ਹੋ ਸਕਦਾ ਹਾਂ। ਉਸ ਤੇ ਪਾਰ ਜਾਣ ਦੀ ਮੇਰੀ ਸ਼ਮਤਾ ਨਹੀਂ ਹੈ। ਦਰਅਸਲ ਇਸ ਮਨ ਤੋਂ ਉਸ ਮਨ ਤੱਕ ਮੈਂ ਨਹੀਂ ਜਾ ਪਾਵਾਂਗਾ, ਮੈਨੂੰ ਮੇਰਾ ਮੈਂ ਗਿਰਨਾ ਪਏਗਾ, ਹੰਕਾਰ ਇੱਥੇ ਹੀ ਛੱਡਣਾ ਪਏਗਾ। ਔਰ ਅਗਰ ਮੈਂ ਹੰਕਾਰ ਨੂੰ ਘੇਰ ਸਕਦਾ ਹਾਂ ਤਾਂ ਮੈਂ ਇਸ ਮਨ ਦੀ ਧਰਤੀ ਨੂੰ ਛੱਡ ਕੇ ਉਸ ਮਨ ਵੱਲ ਚਲਾ ਜਾਵਾਂਗਾ ਜਿੱਥੇ ਮੈਂ ਔਰ ਮੇਰੀ ਆਈਡੈਂਟਿਟੀ ਖਤਮ ਹੋ ਜਾਂਦੀ ਹੈ। ਜੀਵਨ ਦੇ ਵਿੱਚ ਆਈਡੈਂਟਿਟੀ ਇੱਕ ਬਹੁਤ ਵੱਡਾ ਕਨਫਿਊਜ਼ਨ ਹੈ। ਅਸੀਂ ਛੋਟੇ ਹੁੰਦੇ ਹਾਂ, ਬੱਚੇ ਆਪਸ ਵਿੱਚ ਲੜਦੇ ਹਨ, ਖਿਡੌਣੇ ਵਾਸਤੇ ਲੜਦੇ ਹਨ ਜਾਂ ਕਿਸੇ ਹੋਰ ਕਾਰਨ ਲੜਦੇ ਹਨ। ਉਹਦੇ ਸਾਰੇ ਪਿੱਛੇ ਇੱਕ ਆਈਡੈਂਟਿਟੀ ਕ੍ਰਾਈਸਿਸ ਹੈ। ਮੈਂ ਕੀ ਹਾਂ? ਮੈਂ ਮੇਰੀ ਮਾਂ ਦਾ ਲਾਡਲਾ ਹਾਂ? ਨਹੀਂ ਹਾਂ। ਖਿਡੌਣਾ ਮੇਰਾ ਹੈ ਕਿ ਨਹੀਂ ਹੈ? ਮੈਂ ਕੀ ਕੁਝ ਕਰ ਸਕਦਾ ਹਾਂ, ਕੀ ਨਹੀਂ ਕਰ ਸਕਦਾ ਹਾਂ? ਇਹ ਸਿਰਫ ਆਪਣੀ ਆਈਡੈਂਟਿਟੀ ਨੂੰ ਜਾਣਨ ਦੀ ਵਿਧੀਆਂ ਹਨ।
ਆਪਣੇ ਆਪ ਨੂੰ ਮੈਂ ਡਿਫਾਈਨ ਕਰ ਰਿਹਾ ਹਾਂ। ਕਈ ਵਾਰ ਅਸੀਂ ਦੇਖਾਂਗੇ ਕਿ ਘਰ ਦਾ ਵੱਡਾ ਬੱਚਾ ਹੋਣਹਾਰ ਹੈ, ਪੜ੍ਹਨ 'ਚ ਬਹੁਤ ਅੱਛਾ ਹੈ, ਤੇ ਦੂਜਾ ਰਿਬੈਲ ਹੋ ਜਾਏਗਾ। ਆਈਡੈਂਟੀਟੀ ਕ੍ਰਾਈਸਿਸ ਹੈ। ਉਹ ਆਪਣੇ ਆਪ ਨੂੰ ਵੱਖਰਾ ਜਾਣਨਾ ਚਾਹੁੰਦਾ ਹੈ। ਉਹ ਆਪਣੀ ਆਈਡੈਂਟੀਟੀ ਨੂੰ ਦੂਜੇ ਵਿੱਚ ਨਹੀਂ ਲੀਨ ਕਰਨਾ ਚਾਹੁੰਦਾ। ਤਾਂ ਉਹਦਾ ਇੱਕੋ ਰਸਤਾ ਹੈ, ਨੋ ਕਹਿਣਾ। ਮੈਂ ਇਹ ਨਹੀਂ ਹਾਂ। ਫਿਰ ਮੈਂ ਕੀ ਹਾਂ? ਉਹ ਫਿਰ ਸਭ એનર્ਜੀ, ਸਾਰੀ ਸ਼ਕਤੀ ਇਸੇ ਵਿੱਚ ਲੱਗ ਜਾਂਦੀ ਹੈ ਕਿ ਮੈਂ ਕੀ ਹਾਂ। ਔਰ ਉਹਦੇ ਵਾਸਤੇ ਮੈਂ ਚੰਗਾ ਹੋਣਹਾਰ ਨਹੀਂ ਹੋਵਾਂ, ਉਹ ਵੀ ਠੀਕ ਹੈ, ਪਰ ਮੈਨੂੰ ਆਪਣੇ ਆਪ ਨੂੰ ਜਾਣਨਾ ਜ਼ਰੂਰੀ ਹੈ। ਮੈਨੂੰ ਲੱਗਦਾ ਇੱਕ ਤਰ੍ਹਾਂ ਦੀ ਸਵੈ ਪੜਤਾਲ ਚੱਲਦੀ ਹੈ, ਇੱਕ ਤਰ੍ਹਾਂ ਦੀ ਆਈਡੈਂਟੀਟੀ ਸਰਚ ਚੱਲ ਰਹੀ ਹੈ। ਮੈਂ ਹਾਂ ਕੀ? ਜੀਵਨ ਦੇ ਇਹ ਦੋ ਪਹਿਲੂ ਗੁਰੂ ਨਾਨਕ ਸਾਹਿਬ ਨੇ ਸਾਡੇ ਸਾਹਮਣੇ ਰੱਖੇ ਹਨ, ਮਨਮੁਖ ਔਰ ਗੁਰਮੁਖ। ਮੈਂ ਕੀ ਹਾਂ? ਕੀ ਮੈਂ ਮਨਮੁਖ ਹਾਂ ਜਾਂ ਮੈਂ ਗੁਰਮੁਖ ਹਾਂ? ਇਹ ਬੜਾ ਵੱਡਾ ਪ੍ਰਸ਼ਨ ਹੈ। ਸ਼ਾਇਦ ਮੈਂ ਦੋਨੋਂ ਹੀ ਹਾਂ। ਸ਼ਾਇਦ ਇਹਦੇ ਰੰਗ ਹੌਲੇ ਹੌਲੇ ਬਦਲੀ ਹੋਣਗੇ। ਮੈਂ ਪੂਰੀ ਤਰ੍ਹਾਂ ਮਨਮੁਖ ਦਾ ਜੀਵਨ ਜੀਆਂਗਾ, ਫਿਰ ਅਗਰ ਜੀਵਨ ਨੂੰ ਜਾਗ ਕੇ ਜੀਆਂਗਾ। ਜਾਗ ਕੇ ਯਾਨੀ ਇਹਦੇ ਐਕਸਪੀਰੀਅੰਸਿਸ ਨੂੰ ਗਹਿਨ ਕਰਾਂਗਾ, ਜਾਂ ਮੈਨੂੰ ਕੋਈ ਠੋਕਰ ਲੱਗ ਜਾਏ ਕਿਸੇ ਗੁਰਮੁਖ ਦੀ, ਇਹ ਵੀ ਪੋਸੀਬਿਲਿਟੀ ਹੈ। ਪਰ ਉਹ ਠੋਕਰ ਵੀ ਤਾਂ ਹੀ ਲੱਗੇਗੀ ਜੇ ਮੈਂ ਸਰਚ ਤੇ ਨਿਕਲਾ ਹੋਵਾਂਗਾ। ਮਨਮੁਖ ਦੁੱਖ ਪਾਉਂਦਾ ਹੈ, ਇਹ ਤੇ ਬਾਣੀ ਸਾਨੂੰ ਦੱਸਦੀ ਹੈ, ਔਰ ਗੁਰਮੁਖ ਆਨੰਦ ਦੇ ਵਿੱਚ ਲੀਨ ਹੋ ਜਾਂਦਾ ਹੈ। ਇਸ ਪਦੇ ਦੇ ਅਖੀਰ ਵਿੱਚ ਵੀ ਸਾਹਿਬ ਇਹੀ ਕਹਿ ਰਹੇ ਹਨ, ਨਾਨਕ ਗੁਰਮੁਖ ਸੱਚ ਸਮਾਵੇ। ਉਹ ਤਾਂ ਸੱਚ ਦੇ ਵਿੱਚ ਸਮਾ ਗਿਆ ਹੈ, ਉਹ ਤਾਂ ਸੱਤ ਦਾ ਰੂਪ ਹੋ ਗਿਆ ਹੈ। ਇਹ ਬੜੀ ਉੱਚੀ ਅਵਸਥਾ ਹੈ। ਮੇਰਾ ਜੀਵਨ ਕੀ ਹੈ? ਕਦੇ ਮੈਂ ਮਨਮੁਖ ਹੋ ਜਾਂਦਾ, ਕਦੇ ਗੁਰਮੁਖ ਹੋ ਜਾਂਦਾ। ਕਦੇ ਮੈਂ ਜੀਵਨ ਦੇ ਰੰਗਾਂ ਵਿੱਚ ਗੁੰਮ ਹੋ ਜਾਂਦਾ, ਆਪਣੀ ਆਈਡੈਂਟੀਟੀ ਵਿੱਚ ਲੀਨ ਹੋ ਜਾਂਦਾ। ਕਦੇ ਮੈਂ ਗੁਰੂ ਨੂੰ ਲੱਭਦਾ ਹੋਇਆ ਜੀਵਨ ਤੋਂ ਦੁਖੀ ਹੋ ਕੇ ਆਨੰਦ ਨੂੰ ਲੱਭਣ ਦੀ ਸ਼ੁਰੂਆਤ ਕਰ ਦਿੰਦਾ। ਇਹ ਦੋਨੋਂ ਹੀ ਮੇਰੇ ਕੋਲ ਹਾਜ਼ਰ ਨੇ ਸਮੇਂ ਦੇ ਹਿਸਾਬ ਨਾਲ। ਹੰਕਾਰ ਮੇਰੀ ਆਈਡੈਂਟੀਟੀ ਨਾਲ ਰਿਲੇਸ਼ਨ ਰੱਖਦਾ ਹੈ। ਹਉਮੈ, ਮੈਂ ਕੀ ਹਾਂ? ਹੰਕਾਰ ਨੂੰ ਮੈਂ ਤਾਂ ਹੀ ਗੇਰ ਪਾਵਾਂਗਾ ਕਿ ਪਹਿਲੇ ਮੈਂ ਆਪਣੀ ਆਈਡੈਂਟੀਟੀ ਨੂੰ ਜੀ ਲਵਾਂਗਾ। ਜਦ ਮੈਂ ਆਪਣੀ ਆਈਡੈਂਟੀਟੀ ਨੂੰ ਨਹੀਂ ਜੀ ਸਕਦਾ, ਤਾਂ ਫਿਰ ਮੈਂ ਡਿਪਰੈਸ਼ਨ ਵਿੱਚ ਚਲਾ ਜਾਂਦਾ। ਇਸ ਤਰ੍ਹਾਂ ਸਮਝੀਏ ਕਿ ਮਨ ਇੱਕ ਬੈਂਡ ਦੀ ਤਰ੍ਹਾਂ ਹੈ। ਉਹਦੇ ਉੱਪਰ ਗੁਰਮੁਖ ਦਾ ਜੀਵਨ ਹੈ, ਵਿੱਚ ਮਨਮੁਖ ਦਾ ਜੀਵਨ ਹੈ, ਔਰ ਥੱਲੇ ਕੁਝ ਵੀ ਨਹੀਂ ਹੈ। ਹਉਮੈ ਉੱਥੇ ਵੀ ਨਹੀਂ ਹੈ, ਕਿਉਂਕਿ ਮੈਂ ਉੱਥੇ ਫਾਰਮ ਹੀ ਨਹੀਂ ਹੋਇਆ। ਮੇਰਾ ਮਨ ਹੁਣ ਆਈਡੈਂਟੀਟੀ ਫਾਰਮ ਹੀ ਨਹੀਂ ਕਰ ਪਾ ਰਿਹਾ। ਮੈਂ ਪੂਰੀ ਤਰ੍ਹਾਂ ਗਵਾਚ ਗਿਆ। ਮਨ ਦਾ ਅਸਲ ਸਰੂਪ ਕੀ ਹੈ, ਜਿਸ ਨੂੰ ਸਾਹਿਬ ਨੇ ਸੱਚ ਕਿਹਾ ਹੈ? ਗੱਲ ਇੱਥੇ ਉੱਠਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੋਤ ਤੋਂ ਭਾਵ ਕੀ ਹੈ? ਨਿਰੰਕਾਰ ਦੀ ਜੋਤ, ਉਹਦਾ ਗਿਆਨ, ਉਹਦੀ ਅਵੇਅਰਨੈਸ, ਉਸ ਦਾ ਆਨੰਦ, ਅਨਕੰਡੀਸ਼ਨਡ, ਵਿਦਆਊਟ ਕੰਡੀਸ਼ਨ, ਜਿਸ ਤਰ੍ਹਾਂ ਉਹ ਬਣਿਆ ਹੋਏ ਉਸ ਤਰ੍ਹਾਂ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ। ਇਹ ਉਹ ਮਨ ਦੀ ਜੋਤ ਉਹੀ ਹੈ ਜੋ ਨਿਰੰਕਾਰ ਦਾ ਆਪਣਾ ਪ੍ਰਕਾਸ਼ ਹੈ। ਸੈਲਫ ਅਲਿਊਮ, ਆਪਣੇ ਆਪ ਵਿੱਚ ਗੁਰਸਾਖੀ ਜੋਤ ਪ੍ਰਗਟ ਹੋਏ। ਤਾਂ ਗੁਰਮੁਖ ਦਾ ਜੀਵਨ ਉਹ ਹੋਇਆ ਜਿਹੜਾ ਗੁਰੂ ਦਾ ਸਾਥ ਲੱਭਦੇ ਲੱਭਦੇ ਨਿਕਲ ਪਿਆ ਹੈ। ਗੁਰੂ ਦਾ ਸਾਥ ਵੀ ਉਤਨੇ ਦਿਨ ਹੀ ਮਿਲੇਗਾ ਜਿਤਨੇ ਦਿਨ ਮਨ ਦੀ ਤਿਆਰੀ ਹੋਏਗੀ, ਜਦੋਂ ਮਨ ਹਾਜ਼ਰ ਹੋਏਗਾ, ਮਨ ਹਜ਼ੂਰੀ ਵਿੱਚ ਰਹੇਗਾ। ਸਾਹਿਬ ਦੱਸਦੇ ਹਨ, ਗੁਰਮੁਖ ਸਾਚੇ ਕਾ ਪਾਓ ਪਾਵੇ। ਉਸ ਸੱਚੇ ਦਾ ਜੋ ਸਦਾ ਹੈ, ਉਹਦੀ ਰਿਸਪੈਕਟ, ਉਹਦੀ ਐਕਨੋਲੇਜਮੈਂਟ ਕਿ ਇਸ ਦੁਨੀਆ ਵਿੱਚ ਕੁਝ ਹੋਰ ਹੈ, ਇਹ ਸਭ ਝੂਠ ਦਿਖਦਾ ਹੈ, ਕੁਝ ਸੱਚ ਹੈ ਜੋ ਮੈਨੂੰ ਨਹੀਂ ਮਿਲ ਪਾ ਰਿਹਾ। ਉਹਦੀ ਰਿਸਪੈਕਟ, ਉਹਦੀ ਐਕਨੋਲੇਜਮੈਂਟ ਪਾ ਲਈ ਹੈ ਮੈਂ, ਤਾਂ ਇੱਥੇ ਗੁਰਮੁਖ ਦਾ ਜੀਵਨ ਸ਼ੁਰੂ ਹੋ ਗਿਆ ਹੈ।
that which is beyond my senses। ਮੈਂ ਉਸ ਦੀ ਭਾਲ ਵਿੱਚ ਨਿਕਲ ਗਿਆ ਹਾਂ, ਤਾਂ ਮੈਂ ਸੱਚ ਦੀ ਭਾਲ ਵਿੱਚ ਨਿਕਲ ਗਿਆ। ਫਿਰ ਮੈਨੂੰ ਸਹਾਰਾ ਲੈਣਾ ਪਏਗਾ। ਇੱਕ ਲਕੀਰ ਤੱਕ ਮੈਂ ਜਾ ਸਕ ਰਿਹਾ ਹਾਂ ਮਨ ਦੀ, ਉਸ ਤੋਂ ਅੱਗੇ ਨਹੀਂ ਜਾ ਪਾਵਾਂਗਾ। ਇੱਥੇ ਹਉਮੈ ਨੂੰ ਗੇਰਨਾ ਹੈ, ਔਰ ਹਉਮੈ ਨੂੰ ਗੁਰੂ ਦੇ ਬਿਨਾਂ ਨਹੀਂ ਗੇਰਿਆ ਜਾ ਸਕਦਾ। ਇਹਨੂੰ ਸਮਝਣਾ ਹੈ ਥੋੜਾ। ਕਈ ਐਂਗਲਸ ਤੋਂ ਸਮਝਿਆ ਜਾ ਸਕਦਾ ਹੈ ਕਿ ਗੁਰੂ ਕੌਣ ਹੈ। ਗੁਰੂ ਵੈਸੇ ਅਗਰ ਅਰਥੀ ਰੂਪ ਵਿੱਚ ਦੇਖੀਏ ਤਾਂ ਹਨੇਰੇ ਨੂੰ ਮਿਟਾਉਣ ਵਾਲਾ ਗੁਰੂ ਹੈ। ਇੱਕ ਪਰਦਾ ਹੈ ਸੱਚ ਔਰ ਮੇਰੇ ਵਿੱਚ। ਸੱਚ ਤਾਂ ਸਦਾ ਹੈ, ਗੂ ਦਾ ਅਰਥ ਹੈ ਹਨੇਰਾ, ਔਰ ਰੂਹ ਦਾ ਅਰਥ ਹੈ ਹਟਾਉਣ ਵਾਲਾ। ਤਾਂ ਮਨ ਦੀ ਇੱਕ ਦੀਵਾਰ ਹੈ ਹੰਕਾਰ ਦੀ, ਉਹਦੇ ਉਸ ਪਾਰ ਜੋਤ ਸਦਾ ਹਾਜ਼ਰ ਹੈ, ਔਰ ਇਸ ਪਾਰ ਸਦਾ ਹਨੇਰਾ ਹੈ। ਮੈਂ ਉਸ ਲਕੀਰ ਤੱਕ ਹੀ ਜਾ ਪਾ ਰਿਹਾ ਹਾਂ ਜਿੱਥੇ ਤੱਕ ਮੇਰੀ ਸੀਮਾ ਹੈ। ਉਸ ਦੇ ਅੱਗੇ ਗੁਰੂ ਦੇ ਬਿਨਾਂ ਮੈਂ ਨਹੀਂ ਜਾ ਪਾਵਾਂਗਾ। ਗੁਰੂ ਜਾਂ ਤਾਂ ਮੇਰੀ ਬਾਂਹ ਫੜ ਲਏ, ਜਾਂ ਗੁਰੂ ਮੇਰੇ ਹੰਕਾਰ ਨੂੰ ਗੇਰਨ ਵਿੱਚ ਕੈਟਲਿਸਟ ਹੋ ਜਾਏ। ਇੱਥੇ ਗੁਰੂ ਦਾ ਅਰਥ ਬਾਣੀ ਬਣ ਜਾਂਦਾ ਹੈ। ਗੁਰਮੁਖ ਬਾਣੀ ਅਕੜ ਕੜਾਵੇ। ਮਹਾਰਾਜ ਕਹਿੰਦੇ ਹਨ ਕਿ ਗੁਰਮੁਖ ਬਾਣੀ ਦੇ ਸਹਾਰਾ ਲੈ ਕੇ ਉਸ ਚੀਜ਼ ਨੂੰ ਘੜਦਾ ਹੈ ਜਿਹੜੀ ਘੜੀ ਨਹੀਂ ਜਾ ਸਕਦੀ। ਘੜਨਾ ਕਿਉਂ ਹੈ? ਤਾਂ ਕਿ ਮੈਂ ਆਪਣੀ ਮਨ ਦੇ ਹੰਕਾਰ ਤੋਂ ਪਰੇ ਜਾ ਸਕਾਂ। ਘੜਨਾ ਕਿਸ ਚੀਜ਼ ਨੂੰ ਹੈ? ਉਸ ਝੂਠੇ ਮਨ ਨੂੰ ਜਿਹੜਾ ਹਉਮੈ ਦੇ ਦਰਸ਼ਨ ਵਿੱਚ ਸਦਾ ਰਹਿੰਦਾ ਹੈ। ਕਿਸ ਨੂੰ ਘੜਨਾ ਹੈ? ਇਸ ਮਨ ਨੂੰ ਘੜਨਾ ਹੈ ਜਿਹੜਾ ਹਨੇਰੇ ਵਿੱਚ ਹੈ। ਉਹਦੀ ਤਿਆਰੀ ਕਰਨੀ ਹੈ ਤਾਂ ਕਿ ਉਹ ਜੋਤ ਵਿੱਚ ਲੀਨ ਹੋ ਸਕੇ। ਗੁਰਮੁਖ ਬਾਣੀ ਦੇ ਸਹਾਰੇ ਆਪਣੀ ਸੁਰਤ ਨੂੰ ਇਕਾਗਰ ਕਰਦਾ ਹੈ, ਔਰ ਉਸ ਸੁਣਦੀ ਅਵਸਥਾ ਦੀ ਪੜਤਾਲ ਵਿੱਚ ਨਿਕਲ ਪੈਂਦਾ ਹੈ ਜਿੱਥੇ ਉਹਦਾ ਹੰਕਾਰ ਨਹੀਂ ਹੈ, ਥਾਟ ਨਹੀਂ ਹੈ। ਔਰ ਇਸ ਘੜਨ ਦੇ ਵਿੱਚ ਬਾਣੀ ਸਾਡਾ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਤ ਪਹਾਰਾ ਧੀਰਤ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਓ ਖਲਾ ਅਗਨ ਤਪ ਤਾਓ, ਪਾਂਡਾ ਪਾਓ ਅੰਮ੍ਰਿਤ ਤਿਤ ਟਾਲ, ਘੜੀਏ ਸ਼ਬਦ ਸੱਚੀ ਟਕਸਾਲ। ਇਹ ਉਸ ਸ਼ਬਦ ਦਾ ਕਰਨਾ ਹੈ। ਇਹ ਉਹ ਟਕਸਾਲ ਹੈ ਜਿੱਥੇ ਅਸਲ ਵੈਲਥ ਬਣਦੀ ਹੈ, ਟਰੁੱਥ ਦੀ ਵੈਲਥ ਬਣਦੀ ਹੈ। ਸੱਚ ਵੱਖਰ ਕਿਹਾ ਬਣ ਜਾ ਰਹੇ। ਉਹ ਵੈਲਥ ਬਣਦੀ ਹੈ ਜਿਹੜੀ ਇੱਕ ਵਾਰ ਮਿਲ ਗਈ ਕੋਈ ਲੈ ਨਹੀਂ ਸਕੇਗਾ ਸਾਡੇ ਤੋਂ। ਜਿੱਥੇ ਝੂਠ ਤਿਆਗਿਆ ਗਿਆ, ਮੈਂ ਔਰ ਮੇਰੀ ਸਭ ਖਤਮ ਹੋ ਗਿਆ। ਗੁਰੂ ਨੇ ਬਾਂਹ ਫੜ ਲਈ, ਬਾਣੀ ਦਾ ਰੂਪ ਸੁਰਤ ਹੋ ਗਈ, ਮੈਂ ਗਿਰ ਗਿਆ, ਸੱਚ ਦਾ ਦਰਵਾਜ਼ਾ ਖੁੱਲ ਗਿਆ। ਤਾਂ ਫਿਰ ਕੀ ਹੋਇਆ? ਮਨ ਹੁਣ ਨਿਰਮਲ ਹੋ ਗਿਆ। ਗੁਰਮੁਖ ਨਿਰਮਲ ਹਰ ਗੁਣ ਗਾਵੇ, ਔਰ ਇੱਕ ਨਿਰਮਲ ਮਨ ਹੀ ਹਰੀ ਨੂੰ ਜਾਣ ਸਕਦਾ ਹੈ। ਉਹਦੇ ਗੁਣਾਂ ਨੂੰ ਗਾਣਾ, ਉਹਨੂੰ ਜਾਣ ਲੈਣਾ ਹੈ। ਜਿੱਥੇ ਮੈਂ ਨਹੀਂ ਹਾਂ ਉਹਦੇ ਗੁਣਾਂ ਦਾ ਭੰਡਾਰ ਖੁੱਲ ਜਾਂਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਜਿਤਨੇ ਵੀ ਗੁਣ ਬਣਦੇ ਹਨ ਉਸ ਦੇ ਜੁੜਨ ਦੇ ਨਾਲ ਬਣੇ ਹਨ। ਜਦੋਂ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ, ਗੁਣੀ ਮਨ ਵਿੱਚ ਗੁਣਾਂ ਦਾ ਭੰਡਾਰ ਖੁੱਲ ਜਾਂਦਾ ਹੈ, ਜਿਹੜਾ ਫਿਰ ਦੁਨੀਆ ਵਿੱਚ ਪ੍ਰਗਟ ਵੀ ਹੋ ਸਕਦਾ ਹੈ। ਸਭ ਗੁਣਾਂ ਨੂੰ ਬਣਾਉਣ ਵਾਲਾ ਨਿਰੰਕਾਰ ਹੈ। ਜਿਨ੍ਹਾਂ ਕੋਲ ਗੁਣ ਹਨ ਉਸੇ ਨੇ ਦਿੱਤੇ ਹਨ, ਜਿਨ੍ਹਾਂ ਕੋਲ ਨਹੀਂ ਹਨ ਉਹਨਾਂ ਨੂੰ ਉਹ ਦੇ ਸਕਦਾ ਹੈ। ਗੁਰਮੁਖ ਨਿਰਮਲ ਹਰ ਗੁਣ ਗਾਵੇ, ਬਿਨਾਂ ਮਲ ਦੇ ਗੁਰੂ। ਨਿਰਮਲ ਦਾ ਮਤਲਬ ਕੀ ਹੋਇਆ? ਜਿਹੜੀ ਚੀਜ਼ ਜਿਸ ਤਰ੍ਹਾਂ ਅਸੀਂ ਨਵੀਂ ਲੈਂਦੇ ਹਾਂ, ਜਦੋਂ ਕਿਸੇ ਫੈਕਟਰੀ ਤੋਂ ਕੋਈ ਵਸਤੂ ਆਉਂਦੀ ਹੈ, ਅਸੀਂ ਉਹਨੂੰ ਪਹਿਲੀ ਵਾਰੀ ਖੋਲਦੇ ਹਾਂ, ਉਹਦੇ ਵਿੱਚ ਕੁਝ ਵੀ ਮੈਲ ਨਹੀਂ ਹੁੰਦੀ। ਫਿਰ ਅਸੀਂ ਉਹਨੂੰ ਵਰਤਦੇ ਹਾਂ, ਕਦੇ ਗਿਰਦੀ ਹੈ, ਕਦੇ ਟੁੱਟਦੀ ਹੈ, ਕਦੇ ਸਕ੍ਰੈਚ ਆਉਂਦੇ ਹਨ।
ਇਹ ਹੁਣ ਪੁਰਾਣੀ ਹੋ ਗਈ ਹੈ। ਮੇਰੇ ਕਰਕੇ ਇੱਕ ਵਸਤੂ ਵਿੱਚ ਜੋ ਅਸਰ ਪਿਆ ਹੈ ਉਹ ਆਪਣੀ ਓਰੀਜਨਲ ਫਾਰਮ ਤੋਂ ਚੇਂਜ ਹੋ ਗਈ ਹੈ। ਤਾਂ ਮਨ ਦਾ ਓਰੀਜਨਲ ਫਾਰਮ ਕੀ ਹੈ, ਜਿਹਦੇ ਚ ਮੈਂ ਨਹੀਂ ਹਾਂ। ਜਦ ਮੈਂ ਆਪਣੇ ਮਨ ਦੇ ਵਿੱਚ ਹਉਮੈ ਲੈ ਕੇ ਵਿਚਰਦਾ ਹਾਂ ਤਾਂ ਉਹਨੂੰ ਵਿਸ਼ੇਟ ਕਰ ਦਿੰਦਾ ਹਾਂ, ਉਹਨੂੰ ਮਨ ਨਾਲ ਭਰ ਦਿੰਦਾ ਹਾਂ, ਆਪਣੀ ਥਾਟਸ ਨਾਲ ਭਰ ਦਿੰਦਾ ਹਾਂ। ਔਰ ਥਾਟਸ ਦੇ ਵਿੱਚ ਈਗੋ ਮੇਰਾ ਸੈਂਟਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਟੁਰਦੇ ਜਾ ਰਹੇ ਹਨ। ਦੋਜਕ ਬਣਾ ਲਿਆ ਮਨ ਨੂੰ। ਇਹ ਤੇ ਗੱਲ ਇਸ ਤਰ੍ਹਾਂ ਦੀ ਹੀ ਹੈ ਕਿ ਸਾਨੂੰ ਦਿੱਤਾ ਤੇ ਗਿਆ ਸੀ ਆਨੰਦ ਭਰਿਆ ਮਨ, ਪਰ ਅਸੀਂ ਆਪਣੇ ਹੰਕਾਰ ਨਾਲ ਉਸਨੂੰ ਨਰਕ ਬਣਾ ਲਿਆ, ਦੋਜਕ ਬਣਾ ਲਿਆ। ਸੈਰ ਕਰਨੇ ਕੋ ਕੁछ ਜਗ੍ਹਾ और ही ਸਹੀ, ਮਨ ਦਾ ਵਿਸਤਾਰ ਕਰ ਲਿਆ ਹਉਮੈ ਨਾਲ, ਔਰ ਨਿਰਮਲ ਨਹੀਂ ਰਿਹਾ, ਮਲ ਨਾਲ ਭਰ ਦਿੱਤਾ, ਮੈਂ ਔਰ ਮੇਰੀ ਨਾਲ ਭਰ ਦਿੱਤਾ। ਇਹ ਮੇਰਾ ਕਰਮ ਹੈ। ਓਰੀਜਨਲ ਮਨ ਫਾਰਮ ਕੀ ਰੱਖਦਾ ਹੈ ਆਪਣੇ ਵਿੱਚ? ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਹਿਜ ਵਿੱਚ ਜਿਹੜਾ ਮਨ ਹੈ ਉੱਥੇ ਸੈਲੀਬ੍ਰੇਸ਼ਨ ਹੈ, ਕੁਝ ਕਰਨ ਦੀ ਲੋੜ ਨਹੀਂ, ਉਹ ਤਾਂ ਆਪਣੇ ਓਰੀਜਨਲ ਫਾਰਮ ਵਿੱਚ ਇਹੀ ਹੈ। ਸਾਹਿਬ ਕਹਿੰਦੇ ਹਨ, ਗੁਰਮੁਖ ਨਿਰਮਲ ਹਰ ਗੁਣ ਗਾਵੇ, ਹਰੀ ਦੇ ਗੁਣ ਗਾਲੇ ਉਹਦੇ ਰੰਗ ਵਿੱਚ ਰੰਗੇ ਗਏ। ਮੈਂ ਗਿਰ ਗਿਆ, ਮਨ ਪਵਿੱਤਰ ਹੋ ਗਿਆ, ਜੋ ਸੀ ਉਸੇ ਤਰ੍ਹਾਂ ਪ੍ਰਗਟ ਹੋ ਗਿਆ। ਗੁਰਮੁਖ ਪਵਿੱਤਰ ਪਰਮ ਪਦ ਪਾਵੇ। ਜੀਵਨ ਦਾ ਉਹ ਸਿਖਰ ਨਰ ਤੇ ਸੁਰ ਹੋਏ ਜਾਤ, ਜਿੱਥੇ ਇਨਸਾਨ ਤੋਂ ਚੱਲਿਆ ਸੀ ਪਰ ਦੇਵਤਾ ਬਣ ਕੇ ਆ ਗਿਆ। ਮਤਲਬ ਕੀ? ਦੇਵਤਾ ਕਾਲ ਰਹਿਤ ਹੋ ਗਿਆ। ਹੁਣ ਉਹ ਪਰਫੈਕਸ਼ਨ ਵੱਲ ਤੁਰ ਪਿਆ, ਜਿਹੜੀ ਇਸ ਦੁਨੀਆ ਵਿੱਚ ਪਰਫੈਕਸ਼ਨ ਨਹੀਂ ਮੰਨਦੀ। ਹੀਗੋ ਦੇ ਬੇਸ ਵਿੱਚ ਜੋ ਕੁਝ ਵੀ ਬਣੇਗਾ ਉਹ ਪਰਫੈਕਸ਼ਨ ਨਹੀਂ ਹੋਵੇਗਾ, ਪਰ ਜਿਹੜਾ ਨਿਰੰਕਾਰ ਨੇ ਬਣਾਇਆ ਹੈ ਉਹ ਸਭ ਪਰਫੈਕਸ਼ਨ ਦੇ ਵਿੱਚ ਲੀਨ ਹੈ। ਸਾਹਿਬ ਨੇ ਇਹਨੂੰ ਨਾਮ ਕਿਹਾ ਹੈ, ਗੁਰਮੁਖ ਪਵਿੱਤਰ ਪਰਮ ਪਦ ਪਾਵੇ। ਉਹ ਪਦਵੀ ਮਿਲ ਗਈ ਜਿਹੜੀ ਅਸਲ ਵਿੱਚ ਬਣੀ ਸੀ, ਉਹ ਸਟੇਟਸ ਮਿਲ ਗਿਆ, ਜਾਣ ਲਿਆ ਉਸਨੂੰ, ਉਹ ਐਕਸਪੀਰੀਅੰਸ ਗੇਨ ਕਰ ਲਿਆ ਜਿੱਥੇ ਮੈਂ ਨਹੀਂ ਹਾਂ। ਉਹ ਜਿਹੜੀ ਲਾਈਨ ਮੇਰੇ ਮਨ ਦੇ ਵਿੱਚ ਖਿੱਚੀ ਹੈ, ਜਿਸ ਤੇ ਪਾਰ ਮੈਂ ਨਹੀਂ ਜਾ ਪਾ ਰਿਹਾ ਹਾਂ, ਉਹ ਪਾ ਲਈ ਹੈ। ਗੁਰੂ ਨੇ ਮਨ ਦੇ ਵਿੱਚ ਸ਼ਬਦ ਨੂੰ ਕੜਨ ਨਾਲ ਉੱਥੇ ਜਾਣ ਦੀ ਵਿਧੀ ਸਮਝ ਆ ਗਈ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਤੂਖ ਪਾਪ ਕਾ ਨਾਸ। ਜਦੋਂ ਬਾਣੀ ਪੜ੍ਹਦੇ ਹਾਂ ਅਸੀਂ ਇਹਨੂੰ ਡਾਊਟ ਵੀ ਕਰ ਸਕਦੇ ਹਾਂ, ਕਿਉਂਕਿ ਸਾਡਾ ਐਕਸਪੀਰੀਅੰਸ ਨਹੀਂ ਹੈ। ਆਪਣਾ ਐਕਸਪੀਰੀਅੰਸ ਬਣਾਉਣ ਵਾਸਤੇ ਸਾਨੂੰ ਮਨ ਨੂੰ ਕੜਨਾ ਪਏਗਾ ਬਾਣੀ ਨਾਲ। ਸ਼ਬਦ ਦੇ ਐਕਸਪੀਰੀਅੰਸ ਵਿੱਚ ਮਨ ਦੀ ਸੁਰਤ ਨੂੰ ਲੀਨ ਕਰਨਾ ਪਏਗਾ, ਤਾਂ ਕਿ ਉਸ ਅਨਸੀਲ ਵਰਲਡ ਜਿਹੜੀ ਦੇਖੀ ਨਾ ਜਾ ਸਕੇ, ਉਸ ਦੁਨੀਆ ਦੀ ਕਮਾਈ ਸ਼ੁਰੂ ਕਰ ਸਕੀਏ। ਉੱਥੇ ਸ਼ਬਦ ਕਰਦਾ ਹੈ, ਸੁਰਤ ਨੂੰ ਸਟਲ ਬਣਾਉਂਦਾ ਹੈ। ਮਹਾਰਾਜ ਕਹਿੰਦੇ ਨੇ ਪਵਿੱਤਰ ਹੋ ਗਿਆ, ਪਰਮ ਪਦ ਪਾ ਲਈ, ਪਦਵੀ ਪਾ ਲਈ ਹੈ। ਹੁਣ ਇੱਥੇ ਅਗਲੀ ਪੰਕਤੀ ਵਿੱਚ ਸਾਹਿਬ ਨੇ ਇਹੋ ਜਿਹੀ ਗੱਲ ਕਹੀ ਜਿਹੜੀ ਸਾਨੂੰ ਬੜੀ ਨੋਰਮਲ ਜੀ ਗੱਲ ਲੱਗਦੀ ਹੈ, ਬਟ ਇਹ ਅਵਸਥਾ ਜਾਣਨੀ ਬੜੀ ਮੁਸ਼ਕਿਲ ਹੈ। ਗੁਰਮੁਖ ਰੋਮ ਰੋਮ ਹਰ ਧਿਆਵੇ। ਗੁਰਮੁਖਾਂ ਨਾਲ ਜੀਵਨ ਜੀਂਦੇ ਸੀ ਅਸੀਂ, ਕੁਝ ਸਾਲ ਰਹੇ ਉਹਨਾਂ ਨਾਲ, ਤਾਂ ਉਂਗਲੀਆਂ ਚੱਲਦੀਆਂ ਰਹਿੰਦੀਆਂ ਸਨ, ਬੋਲਦੇ ਹੋਏ, ਗੱਲ ਕਰਦੇ ਹੋਏ ਜਪਜੀ ਕਰਦੀ ਰਹਿੰਦੀ ਸਨ। ਬਾਣੀ ਦੇ ਵਿੱਚ ਸੁਰਤ ਲੀਨ ਹੈ, ਉਹ ਉਂਗਲੀਆਂ ਵਿੱਚ ਹੀ ਆ ਗਈ ਹੈ। ਸ਼ਬਦ ਔਰ ਸੁਰਤ ਦਾ ਅਭਿਆਸ ਨਿਰੰਤਰ ਚੱਲਦਾ ਹੈ। ਇੱਕ ਮਾਰਗ ਇਹੋ ਜਿਹਾ ਹੈ ਜਿੱਥੇ ਜਦੋਂ ਅਸੀਂ ਮਨਮੁਖ ਦੇ ਜੀਵਨ ਨੂੰ ਛੱਡ ਕੇ ਹੌਲੇ ਹੌਲੇ ਗੁਰਮੁਖ ਵੱਲ ਟੁਰੀਏ ਤਾਂ ਸ਼ਾਇਦ ਇਹ ਅਵਸਥਾ ਕਦੇ ਸਾਨੂੰ ਵੀ ਪ੍ਰਾਪਤ ਹੋ ਸਕੇ। ਇਹ ਅਰਦਾਸ ਮਹਾਰਾਜ ਕਹਿੰਦੇ ਨੇ, ਗੁਰਮੁਖ ਰੋਮ ਰੋਮ ਹਰ ਧਿਆਵੇ। ਜਦੋਂ ਆਪਣੇ ਵੱਲ ਮੁੱਖ ਕਰਕੇ ਛੱਡ ਦਿਆਂਗਾ, ਮੈਂ ਆਪਣੇ ਮਨ ਦੇ ਮੁਖ ਨੂੰ ਛੱਡ ਦਿਆਂਗਾ ਤਾਂ ਉਸੇ ਨੂੰ ਧਿਆਵਾਂਗਾ। ਦੂਸਰਾ, ਮੈਂ ਇਹ ਵੀ ਐਕਸਪੀਰੀਅੰਸ ਜੀਵਨ ਦਾ ਜਾਣ ਲਿਆ ਲੱਗਦਾ ਹੈ ਕਿ ਮੈਂ ਵਿੱਚ ਦੁੱਖ ਹੈ,
ਗੁਰੂ ਦੇ ਵਿੱਚ ਸੁੱਖ ਹੈ। ਪਦਾਰਥ ਦੇ ਵਿੱਚ ਨਾ ਹੋਏ ਪਰ ਗੁਰੂ ਦੇ ਵਿੱਚ ਹੈ। ਗੁਰੂ ਸਾਹਿਬ ਨੇ ਇੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਿਬ ਦਾ ਇੱਕ ਬਹੁਤ ਪਿਆਰਾ ਸ਼ਬਦ ਹੈ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹਿ ਉਦਾਸਾ। जत की जटा जोग को मज्जन, नेम के नखन बढ़ाओ, ज्ञान गुरु आत्म उपदेश, नाम विभूत लगाओ। अलप आहार सुलभ सी निंद्रा, दया क्षमा तन प्रीत, सील संतोख सदा निर्वाहे वो, है वो त्रिगुण अतीत। काम क्रोध हंकार लोभ हट, मोह न मन से ल्यावे, तभी आत्म तत्को दर से परम पुरुष कह पावे। ऐसे परम पदवी दी गल चल रही है और बड़ी सूखम तरीके नाल साहिब ने खोली है। गुर प्रसाद परम पद पाया, सूके काष्ट हरिया, हौमे जाए परम पद पाइए। ਇੱਥੇ ਸਾਰੀ ਗੱਲ ਇਸੇ ਤਰ੍ਹਾਂ ਖੁੱਲ ਰਹੀ ਹੈ। ਦੁਨੀਆ ਦੇ ਵਿੱਚ ਕਿਤਨੇ ਧਰਮ ਹਨ, ਕਿਤਨੇ ਵਿਚਾਰ ਹਨ, ਕਿਤਨੀ ਅਲੱਗ-ਅਲੱਗ ਫਿਲਾਸਫੀਜ਼ ਹਨ, ਪਰ ਇੱਥੇ ਆ ਕੇ ਮਨ ਖਲੋ ਜਾਂਦਾ ਹੈ। ਅਲਟੀਮੇਟ ਜੀਵਨ ਦਾ ਐਕਸਪੀਰੀਅੰਸ ਹਉਮੈ ਦੇ ਗਿਰਨ ਨਾਲ ਹੈ। ਇਹ ਚੀਜ਼ ਕਾਮਨ ਹੈ, ਕੋਈ ਕਿਸੇ ਵੀ ਧਰਮ ਦਾ ਹੋਏ, ਹਉਮੈ ਗਿਰਨੀ ਪਏਗੀ। ਬਿਨਾਂ ਹਉਮੈ ਗਿਰੇ ਉਸ ਮਨ ਦੀ ਅਵਸਥਾ ਵਿੱਚ ਅਸੀਂ ਨਹੀਂ ਜਾ ਪਾਵਾਂਗੇ। ਹਉਮੈ ਕਰ ਰਾਜੇ ਬਹੁਤ ਆਵੇ, ਹਉਮੈ ਖੱਪੇ ਜਨਮ ਮਰ ਆਵੇ। ਹਉਮੈ ਦੇ ਵਿੱਚ ਵਿਚਰਨ ਹੈ, ਹਉਮੈ ਦੇ ਵਿੱਚ ਮੂਵਮੈਂਟ ਹੈ, ਹਉਮੈ ਦੇ ਵਿੱਚ ਚੇਂਜ ਹੈ। ਹਉਮੈ ਦੇ ਕਾਰਨ ਅਸੀਂ ਭ੍ਰਮਣ ਵਿੱਚ ਰਹਿੰਦੇ ਹਾਂ। ਕਿਆ ਭਵੀਏ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਤਾਂ ਅਸੀਂ ਹਉਮੈ ਵਿੱਚ ਹੀ ਭ੍ਰਮਣ ਕਰ ਰਹੇ ਹਾਂ, ਉਸ ਸੱਤ ਨੂੰ ਲੱਭਣ ਲਈ ਜਿਹੜਾ ਹਉਮੈ ਦੇ ਵਿੱਚ ਨਹੀਂ ਹੈ। ਰਾਬੀਆ ਵਾਲੀ ਗੱਲ ਹੈ। ਅਸੀਂ ਜੀਵਨ ਦੇ ਪਦਾਰਥ ਨੂੰ ਉਹ ਆਨੰਦ ਸਮਝ ਰਹੇ ਹਾਂ ਜਿਹੜਾ ਸਦਾ ਲਈ ਹੈ, ਜਦ ਕਿ ਸਾਹਿਬ ਸਾਨੂੰ ਕਹਿ ਰਹੇ ਹਨ ਇਹਦਾ ਉਲਟ ਸੱਤ ਹੈ। ਮਾਤ ਪਿਤਾ ਸੁਤ ਬੰਜਨ ਹਿਤ ਜਾਸਿਓ ਕੀਨਾ, ਜਿਉ ਛੁਟਕੇ ਹੋ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਜਿਨ੍ਹਾਂ ਸੰਬੰਧੀਆਂ ਨੂੰ, ਸਕਿਆਂ ਨੂੰ, ਦੋਸਤਾਂ ਨੂੰ, ਮਿੱਤਰਾਂ ਨੂੰ ਅਸੀਂ ਆਪਣੇ ਹਿੱਤ ਦੇ ਸਮਝਦੇ ਹਾਂ, ਅਸੀਂ ਉਹਨਾਂ 'ਚ ਇਨਵੈਸਟ ਕਰਦੇ ਹਾਂ, ਐਨਰਜੀ ਪਾਉਂਦੇ ਹਾਂ, ਉਹਨਾਂ ਨੂੰ ਆਪਣਾ ਜੀਵਨ ਜਾਣਦੇ ਹਾਂ। ਜਦੋਂ ਮੇਰੇ ਪ੍ਰਾਣ ਨਿਕਲਣਗੇ ਉਹੀ ਮੈਨੂੰ ਅੱਗ ਵਿੱਚ ਪਾ ਦੇਣਗੇ। ਜਿਉ ਛੁਟਕੇ ਹੋ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਦਿਸ ਇਜ਼ ਆਰ ਟਰੂਥ। ਇਹਨੂੰ ਅਸੀਂ ਜਾਣਦੇ ਸਾਰੇ ਹਾਂ, ਇਹਦੀ ਗੱਲਾਂ ਵੀ ਮੈਂ ਬੜੀਆਂ ਕਰਦਾ ਹਾਂ, ਪਰ ਮੇਰਾ ਜੀਵਨ ਇਸ ਤਰ੍ਹਾਂ ਨਹੀਂ ਜੀਆ ਜਾ ਰਿਹਾ ਕਿ ਮੈਂ ਇਸ ਤੋਂ ਬਿਯੋਂਡ ਦੀ ਕੁਝ ਰਿਐਲਿਟੀ ਸਰਚ ਕਰ ਰਿਹਾ ਹੋਵਾਂ। ਇਸ ਕਰਕੇ ਮੇਰੇ ਵਰਗਾ ਮਨਮੁਖ ਕਈ ਹਨ ਦੁਨੀਆ ਵਿੱਚ। ਗੁਰਮੁਖ ਬਣਨ ਲਈ ਬਾਣੀ ਦੀ ਸਾਂਝ ਦੀ ਲੋੜ ਵੀ ਹੈ, ਵਿਚਾਰ ਦੀ ਵੀ ਲੋੜ ਹੈ। ਹਉ ਹਉ ਕਰਤਾ ਨਹੀਂ ਸੱਚ ਪਾਈਏ, ਹਉਮੈ ਜਾਏ परम पद पाइए। गुर सतगुर का जो सिख खाए, सो पल के उठ हर नाम त्यावे। उद्यम करना पएगा, महाराज कहते हैं। उद्यम करे पल के प्रभाती, स्नान करे अमृतसर नामे। उपदेश गुरु हर हर जप जापे, सब किल विख पाप दोख ले जावे। फिर चढ़े दिवस गुरबाणी गावे। जिवें मैं रात दे हनेरे विच ਜਦੋਂ ਸਾਰੀ ਦੁਨੀਆ ਸੁੱਤੀ ਹੈ, ਉਸ ਵੇਲੇ ਮੈਂ ਇਹੋ ਜਿਹੇ ਪੀਰੀਅਡ ਵਿੱਚ ਨਿਕਲ ਪੈਂਦਾ ਹਾਂ ਜਿਹਦੀ ਮੇਰੀ ਆਈਡੈਂਟਿਟੀ ਦੀ ਮੈਨੂੰ ਕੋਈ ਲੋੜ ਨਹੀਂ ਹੈ। ਮੈਂ ਬਿਜ਼ਨਸਮੈਨ ਹਾਂ, ਮੈਂ ਕੋਈ ਸੇਵਾਦਾਰ ਹਾਂ, ਮੈਂ ਕੋਈ ਕਾਰਜ ਕਰਦਾ ਹਾਂ, ਮੈਂ ਖੇਤੀ ਕਰਦਾ ਹਾਂ, ਕੁਛ ਵੀ ਕਰਦਾ ਹੋਵਾਂ, ਰਾਤ ਦੇ ਉਸ ਹਨੇਰੇ ਦੇ ਵਿੱਚ ਕੋਈ ਮੈਨੂੰ ਨਹੀਂ ਪੁੱਛਦਾ ਮੈਂ ਕੀ ਹਾਂ। ਮੈਨੂੰ ਮੇਰੀ ਆਈਡੈਂਟਿਟੀ ਦੀ ਲੋੜ ਨਹੀਂ ਹੈ। ਇਹੋ ਜਿਹਾ ਪੀਰੀਅਡ ਹੈ ਜਦੋਂ ਮੈਂ ਇਸ ਆਈਡੈਂਟਿਟੀ ਤੋਂ ਪਰੇ ਜਾ ਸਕਦਾ ਹਾਂ,
ਜੇ ਮੈਂ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਉਸ ਵੇਲੇ ਵਿੱਚ ਉਤਾਰ ਲਵਾਂ ਤੇ ਫਿਰ ਜਦੋਂ ਦਿਨ ਚੜ ਜਾਂਦਾ ਹੈ, ਜਿਵੇਂ ਰਿਵੀਜ਼ਨ ਕਰਦਾ ਹੋਏ ਕੋਈ, ਮਨ ਨੂੰ ਫਿਰ ਚਾਰਜ ਕਰ ਲੈਂਦਾ ਉਸ ਬਾਣੀ ਨਾਲ। ਇਹ ਗੁਰ ਸ਼ਬਦ ਦਾ ਇੱਕ ਐਕਸਪੀਰੀਅੰਸ ਹੈ ਮਨ ਨਾਲ, ਜਿਹੜਾ ਸਾਹਿਬ ਸਾਨੂੰ ਬਾਰ-ਬਾਰ ਪ੍ਰਗਟ ਕਰਦੇ ਹਨ। ਦੇਖੋ, ਸੱਚ ਨਾਲ ਕਿਤਨਾ ਵਾਹ ਹੈ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਸਾਹਿਬ ਜੀ ਦਾ ਮਹਾਰਾਜ। ਪੰਕਤੀ ਦੀ ਪਦ ਦੀ ਪਹਿਲੀ ਪੰਕਤੀ ਵਿੱਚ ਸੱਚ ਦੀ ਗੱਲ ਚੱਲ ਰਹੀ ਹੈ, ਅਖੀਰ ਵਿੱਚ ਫਿਰ ਸੱਚ ਦੇ ਹੀ ਉਤਰਦੇ ਹਨ। ਨਾਨਕ ਗੁਰਮੁਖ ਸਾਚ ਸਮਾਵੇ। ਜਦ ਮੈਂ ਆਪਣੇ ਹਉਮੈ ਨੂੰ ਛੱਡ ਦਿਆਂਗਾ ਤਾਂ ਸਭ ਝੂਠ ਛੱਡਿਆ ਜਾਏਗਾ, ਤਾਂ ਸੱਚ ਦੇ ਵਿੱਚ ਸਮਾ ਜਾਵਾਂਗਾ। ਹਉਮੈ ਨੂੰ ਛੱਡਣਾ ਸੌਖਾ ਨਹੀਂ ਹੈ। ਅਸੀਂ ਉਸ ਐਕਸਪੀਰੀਅੰਸ ਨੂੰ ਨਹੀਂ ਜਾਣਦੇ ਜਿੱਥੇ ਮੈਂ ਆਪਣੀ ਆਈਡੈਂਟਿਟੀ ਤੋਂ ਪਰੇ ਜੀ ਸਕਦਾ ਹਾਂ, ਕਿਉਂਕਿ ਮੈਂ ਸਿਰਫ ਜੀਵਨ ਨੂੰ ਆਈਡੈਂਟਿਟੀ ਦੇ ਜ਼ਰੀਏ ਹੀ ਜਾਣਦਾ ਹਾਂ। ਮੈਂ ਹਾਂ, ਔਰ ਕਈ ਲੋਕ ਤਾਂ ਉਸ ਲਈ ਬਹੁਤ ਐਨਰਜੀ ਲਗਾ ਕੇ ਦੂਸਰੇ ਨੂੰ ਬਹੁਤ ਦੁੱਖ ਦੇ ਕੇ ਵੀ ਆਪਣੀ ਆਈਡੈਂਟਿਟੀ ਨੂੰ ਫਰਮ ਰੱਖਦੇ ਹਨ। ਇਸ ਕਰਕੇ ਉਹ ਦੋਜਕ ਦੇ ਹੀ ਰਸਤੇ ਹਨ, ਕਿਉਂਕਿ ਬੜਾ ਫਰਜਾਈਲ ਮਨ ਹੋ ਜਾਂਦਾ ਹੈ। ਔਰ ਦੂਸਰੇ ਨੂੰ ਦੁੱਖ ਦੇ ਕੇ ਮੈਂ ਉਸ ਨੂੰ ਖੜਾ ਰੱਖਦਾ ਹਾਂ। ਝੂਠ ਨੂੰ ਜਿਸ ਤਰ੍ਹਾਂ ਕੋਈ ਖੜਾ ਰੱਖਦਾ ਹੈ, ਹੋਰ ਅਡੰਬਰ ਕਰਕੇ ਝੂਠ ਨੂੰ ਹੋਰ ਵੱਡਾ ਬਣਾਈ ਜਾਂਦੇ ਆ। ਜਿਵੇਂ ਇੱਕ ਬਲੂਨ ਮੈਂ ਵੱਡਾ ਕਰਦਾ ਜਾ ਰਿਹਾ, ਮੈਨੂੰ ਪਤਾ ਹੈ ਫਟੇਗਾ, ਪਰ ਮੈਂ ਉਸ ਨੂੰ ਹੋਰ ਹਵਾ ਨਾਲ ਭਰਦਾ ਰਹਿੰਦਾ ਹਾਂ, ਕਿਉਂਕਿ ਉਹਦੇ ਬਿਨਾਂ ਮੈਨੂੰ ਕੋਈ ਹੋਰ ਜੀਵਨ ਨਹੀਂ ਪਤਾ ਹੈ। ਮੈਂ ਸਿਰਫ ਆਪਣੀ ਆਈਡੈਂਟਿਟੀ ਦੇ ਵਿੱਚ ਜੀਣਾ ਜਾਣਦਾ ਹਾਂ, ਉਸ ਦੇ ਪਰੇ ਨਹੀਂ ਕੁਝ ਜਾਣਦਾ। ਗੁਰਬਾਣੀ ਮੈਨੂੰ ਉਹ ਰਸਤਾ ਦੇ ਸਕਦੀ ਹੈ ਜਿਹਦੇ ਨਾਲ ਮੈਂ ਉਸ ਦੇ ਪਰੇ ਜਾਣ ਦੀ ਤਿਆਰੀ ਸ਼ੁਰੂ ਕਰ ਸਕਦਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਜਨ ਨਾਨਕ ਕੋ ਗੁਰ ਅਹਿਮਦ ਦੀਨੀ, ਜਪ ਹਰ ਭਵ ਜਲ ਤਰਨਾ। ਸ਼ਬਦ ਨੂੰ ਜਪਣ ਨਾਲ ਮੈਂ ਤਰ ਸਕਦਾ ਹਾਂ, ਨਹੀਂ ਤੇ ਮੈਂ ਡੁੱਬ ਹੀ ਜਾਵਾਂਗਾ। ਮਹਾਰਾਜ ਦੀ ਅਖੀਰਲੀ ਪੰਕਤੀ ਸਾਨੂੰ ਸੱਚ ਦੇ ਉਹ ਦਰਸ਼ਨ ਕਰਾ ਰਹੀ ਹੈ ਜਿਹਦੇ ਵਿੱਚ ਗੁਰਮੁਖ ਸਮਾ ਜਾਂਦਾ ਹੈ। ਗੁਰਮੁਖ ਦਾ ਆਪਣਾ ਆਪ ਗਿਰ ਜਾਂਦਾ ਹੈ। ਮੈਂ ਉਸ ਮਨ ਦੇ ਵਿੱਚ ਉਹ ਲਕੀਰ ਜਿਹੜੀ ਖਿੱਚੀ ਹੈ ਉਸ ਤੋਂ ਪਰੇ ਚਲਾ ਜਾਂਦਾ ਹਾਂ। ਮੈਂ ਨਹੀਂ ਰਹਿੰਦਾ ਹੁਣ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਂ। ਅੱਜ ਦੀ ਵਿਚਾਰ ਗੁਰਮੁਖ ਦੀ ਆਰੰਭ ਪਹਿਲਾ ਪਦਾ ਹੈ, ਅਗਲੇ ਕਈ ਪਦੇ ਗੁਰਮੁਖ ਦੀ ਵਿਚਾਰ ਤੇ ਹੀ ਚੱਲਣੇ ਹਨ। ਸ਼ਾਇਦ ਗੁਰੂ ਸਾਨੂੰ ਪ੍ਰੇਰਨਾ ਚਾਹੁੰਦੇ ਹਨ ਜੀਵਨ ਨੂੰ ਗੁਰਮੁਖ ਵੱਲ ਤੋਰਨ ਲਈ, ਸੱਤ ਦੀ ਭਾਲ ਵਿੱਚ ਨਿਕਲਣ ਲਈ, ਗੁਰੂ ਨੂੰ ਆਪਣੇ ਅੰਤਰ ਦੇ ਗੁਰੂ ਨੂੰ ਜਾਣਨ ਲਈ, ਮਨ ਦੀ ਉਸ ਅਵਸਥਾ ਨੂੰ ਜਾਣਨ ਲਈ ਜਿੱਥੇ ਗੁਰੂ ਹੈ, ਸਦਾ ਹੈ, ਥਿਰ ਅਵਸਥਾ ਹੈ, ਸਟੇਬਿਲਿਟੀ ਹੈ, ਸੁੰਨ ਹੈ, ਪੀਸ ਆਫ ਮਾइंड है, खेड़ा है, आनंद है। मेरी गलतियां क्षमा करनी है। जे आप कोई सुधार करना चाहो तो मोस्ट वेलकम। कोई कुछ कहना चाहे, वाहिगुरु जी का खालसा, वाहिगुरु जी की फतेह।